Principles of Macroeconomics, course code VCC 133, the topic National Income Accounting, ਜਿਹਨੂੰ ਅਸੀਂ ਰਾਸ਼ਟਰੀ ਆਮਦਨ ਲੇਖਾ ਜੋਖਾ ਜਾਂ ਰਾਸ਼ਟਰੀ ਆਮਦਨ ਲੇਖਾਕਾਰੀ ਕਹਿੰਦੇ ਆ, ਉਹ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਨੈਸ਼ਨਲ ਇਨਕਮ ਅਕਾਊਂਟਿੰਗ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਸਰਕੂਲਰ ਫਲੋ ਆਫ ਇਨਕਮ, ਜਿਹਨੂੰ ਅਸੀਂ ਆਮਦਨ ਦਾ ਚੱਕਰੀ ਪ੍ਰਵਾਹ ਕਹਿ ਸਕਦੇ ਹਾਂ। ਆਮਦਨ ਦਾ ਚੱਕਰੀ ਪ੍ਰਵਾਹ ਕੀ ਹੁੰਦਾ ਹੈ? ਜਦੋਂ ਇੱਕ ਖੇਤਰ ਤੋਂ ਦੂਸਰੇ ਖੇਤਰ ਦੇ ਵਿੱਚ ਵਸਤੂਆਂ ਅਤੇ ਸੇਵਾਵਾਂ ਦਾ ਪ੍ਰਵਾਹ ਹੁੰਦਾ ਹੈ, ਲੈਣ ਦੇਣ ਹੁੰਦਾ ਹੈ, ਅਤੇ ਉਸ ਦੇ ਬਦਲੇ ਫਿਰ ਜਿਹੜਾ ਭੁਗਤਾਨ ਹੈ ਵੱਖ-ਵੱਖ ਖੇਤਰਾਂ ਦੇ ਵਿੱਚ ਮੁਦਰਾ ਦੇ ਰੂਪ ਵਿੱਚ ਕੀਤਾ ਜਾਂਦਾ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਸਰਕੂਲਰ ਫਲੋ ਆਫ ਇਨਕਮ, ਆਮਦਨ ਦਾ ਚੱਕਰੀ ਪ੍ਰਵਾਹ। ਇਸ ਨੂੰ ਚੱਕਰੀ ਪ੍ਰਵਾਹ ਅਤੇ ਕਿਉਂ ਕਹਿੰਦੇ? ਕਿਉਂਕਿ ਇਸ ਦਾ ਕੋਈ ਓਪਨ ਐਂਡ ਜਾਂ ਕਲੋਜ਼ਡ ਐਂਡ ਨਹੀਂ ਹੁੰਦਾ। ਤਾਂ ਇੱਕ ਖੇਤਰ ਤੋਂ ਵਸਤੂਆਂ ਅਤੇ ਸੇਵਾਵਾਂ ਦੂਜੇ ਖੇਤਰ ਵਿੱਚ ਜਾਂਦੀਆਂ ਨੇ ਅਤੇ ਉਸ ਦੇ ਬਦਲੇ ਮੁਦਰਾ ਜਾਂ ਹੋਰ ਸੇਵਾਵਾਂ ਜਿਹੜੀਆਂ ਨੇ ਦੂਸਰੇ ਖੇਤਰ ਵਿੱਚ ਜਾਂਦੀਆਂ ਨੇ। ਤਾਂ ਇਸ ਤਰ੍ਹਾਂ ਦਾ ਇੱਕ ਸਰਕਲ ਬਣ ਜਾਂਦਾ, ਇੱਕ ਖੇਤਰ ਦਾ ਦੂਸਰੇ ਖੇਤਰ ਦਾ, ਦੂਸਰੇ ਖੇਤਰ ਦਾ ਤੀਸਰੇ ਖੇਤਰ ਦੇ ਨਾਲ। ਤਾਂ ਇਸ ਨੂੰ ਅਸੀਂ ਚੱਕਰੀ ਪ੍ਰਵਾਹ ਕਹਿੰਦੇ ਹਾਂ। ਤਾਂ ਚੱਕਰੀ ਪ੍ਰਵਾਹ ਕਰਨ ਦੇ ਲਈ, ਸਮਝਣ ਦੇ ਲਈ ਸਾਨੂੰ ਸਮਝਣਾ ਪਏਗਾ ਕਿ ਇਸ ਨੂੰ ਅਸੀਂ ਦੋ ਖੇਤਰਾਂ ਦੇ ਵਿੱਚ ਵੰਡ ਸਕਦੇ ਹਾਂ, ਰੀਅਲ ਫਲੋ ਅਤੇ ਇਨਕਮ ਫਲੋ, ਜਿਹਨੂੰ ਅਸੀਂ ਵਾਸਤਵਿਕ ਪ੍ਰਵਾਹ ਅਤੇ ਆਮਦਨੀ ਪ੍ਰਵਾਹ ਕਹਿ ਸਕਦੇ ਹਾਂ। ਜਿਹੜਾ ਵਾਸਤਵਿਕ ਪ੍ਰਵਾਹ ਹੈ, ਜਦੋਂ ਇੱਕ ਖੇਤਰ ਤੋਂ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਜਿਹੜਾ ਪ੍ਰੋਡਿਊਸਰ ਸੈਕਟਰ ਹੈ, ਜਿਹੜਾ ਉਤਪਾਦਨ ਦਾ ਖੇਤਰ ਹੈ, ਜਾਂ ਬਿਜ਼ਨਸ ਸੈਕਟਰ ਹੈ, ਬਿਜ਼ਨਸ ਸੈਕਟਰ ਦੇ ਵਿੱਚੋਂ ਜਦੋਂ ਵਸਤੂਆਂ ਅਤੇ ਅੰਤਿਮ ਵਸਤੂਆਂ ਅਤੇ ਸੇਵਾਵਾਂ ਦਾ ਪ੍ਰਵਾਹ ਘਰੇਲੂ ਖੇਤਰ ਦੇ ਵਿੱਚ ਜਾਂਦਾ ਹੈ, ਤਾਂ ਇਸ ਨੂੰ ਅਤੇ ਉਸ ਦੇ ਬਦਲੇ ਜਿਹੜਾ ਘਰੇਲੂ ਖੇਤਰ ਹੈ ਜਾਂ ਹਾਊਸਹੋਲਡ ਸੈਕਟਰ ਹੈ, ਉਹ ਆਪਣੀਆਂ ਸੇਵਾਵਾਂ ਜਿਹੜਾ ਉਹ ਬਿਜ਼ਨਸ ਸੈਕਟਰ ਨੂੰ ਦਿੰਦਾ ਹੈ, ਪ੍ਰੋਡਿਊਸਰ ਸੈਕਟਰ ਨੂੰ ਦਿੰਦਾ ਹੈ। ਤਾਂ ਉਸ ਨੂੰ ਅਸੀਂ ਰੀਅਲ ਫਲੋ ਆਫ ਇਨਕਮ ਕਹਿ ਦਿੰਦੇ ਹਾਂ ਜਾਂ ਰੀਅਲ ਫਲੋ ਕਹਿ ਦਿੰਦੇ ਹਾਂ। ਮਤਲਬ ਕਿ ਪ੍ਰੋਡਿਊਸਰ ਸੈਕਟਰ ਤੋਂ ਵਸਤੂਆਂ, ਅੰਤਿਮ ਵਸਤੂਆਂ ਅਤੇ ਸੇਵਾਵਾਂ ਦਾ ਪ੍ਰਵਾਹ ਹਾਊਸਹੋਲਡ ਸੈਕਟਰ ਨੂੰ, ਅਤੇ ਹਾਊਸਹੋਲਡ ਸੈਕਟਰ ਆਪਣੀਆਂ ਸਾਧਨਾਂ ਦੀਆਂ ਸੇਵਾਵਾਂ ਬਿਜ਼ਨਸ ਸੈਕਟਰ ਨੂੰ ਪ੍ਰੋਵਾਈਡ ਕਰਦਾ ਹੈ। ਅਤੇ ਇਸ ਦੇ ਬਦਲੇ ਜਿਹੜਾ ਹੈ ਬਿਜ਼ਨਸ ਸੈਕਟਰ ਹਾਊਸਹੋਲਡ ਸੈਕਟਰ ਤੋਂ ਸੇਵਾਵਾਂ ਲੈਣ ਦੇ ਬਦਲੇ ਰੈਂਟ ਦੇ ਵਿੱਚ, ਵੇਜਿਸ ਦੇ ਵਿੱਚ, ਇੰਟਰਸਟ ਦੇ ਰੂਪ ਵਿੱਚ ਜਿਹੜਾ ਹੈ ਉਹ ਪੇਮੈਂਟ ਕਰਦਾ ਹੈ ਹਾਊਸਹੋਲਡ ਸੈਕਟਰ ਮੁਦਰਾ ਦੇ ਵਿੱਚ। ਅਤੇ ਫਿਰ ਹਾਊਸਹੋਲਡ ਸੈਕਟਰ ਇਹਨਾਂ ਜਿਹੜੀ ਮੁਦਰਾ ਪ੍ਰਾਪਤ ਹੁੰਦੀ ਹੈ ਪ੍ਰੋਡਿਊਸਰ ਸੈਕਟਰ ਤੋਂ, ਉਸ ਨੂੰ ਖਰਚ ਕਰਦਾ ਹੈ ਵਸਤੂਆਂ ਅਤੇ ਸੇਵਾਵਾਂ ਨੂੰ ਖਰੀਦਣ 'ਤੇ, ਜਿਹੜੀਆਂ ਕਿ ਪ੍ਰੋਡਿਊਸਰ ਸੈਕਟਰ ਦੇ ਵਿੱਚ ਜਾਂ ਪ੍ਰੋਡਕਸ਼ਨ ਸੈਕਟਰ ਦੇ ਵਿੱਚ ਪੈਦਾ ਕੀਤੀਆਂ ਗਈਆਂ। ਤਾਂ ਆਮਦਨ ਦੇ ਪ੍ਰਵਾਹ ਨੂੰ ਇੱਕ ਖੇਤਰ ਤੋਂ ਦੂਸਰੇ ਖੇਤਰ ਦੇ ਵਿੱਚ, ਉਸ ਨੂੰ ਇਨਕਮ ਫਲੋ, ਵਸਤੂਆਂ ਅਤੇ ਸੇਵਾਵਾਂ ਅਤੇ ਉਸ ਦੇ ਬਦਲੇ ਸੇਵਾਵਾਂ ਦੇ ਪ੍ਰਵਾਹ ਨੂੰ ਅਸੀਂ ਕਹਿੰਦੇ ਹਾਂ ਰੀਅਲ ਫਲੋ। ਮੋਟੇ ਤੌਰ 'ਤੇ ਜਾਂ ਬਰੀਫ 'ਚ ਅਸੀਂ ਕਹਿ ਸਕਦੇ ਹਾਂ, ਜਦੋਂ ਮੁਦਰਾ ਦਾ ਪ੍ਰਵਾਹ ਨਾ ਹੋਵੇ ਤਾਂ ਰੀਅਲ ਫਲੋ ਜਾਂ ਗੁਡਸ ਐਂਡ ਸਰਵਿਸਿਜ਼, ਜਦੋਂ ਆਮਦਨ ਦੀ ਗੱਲ ਹੋਵੇ, ਮੁਦਰਾ ਦਾ ਫਲੋ ਹੋਵੇ ਇੱਕ ਸੈਕਟਰ ਤੋਂ ਦੂਸਰੇ ਖੇਤਰ ਦੇ ਵਿੱਚ ਕਿਸੇ ਵੀ ਰੂਪ ਵਿੱਚ, ਤਾਂ ਉਸ ਨੂੰ ਅਸੀਂ ਇਨਕਮ ਫਲੋ ਕਹਿੰਦੇ ਹਾਂ। ਇਸ ਸਰਕੂਲਰ ਫਲੋ ਆਫ ਇਨਕਮ ਨੂੰ ਅਸੀਂ ਟੇਬਲ ਦੇ ਰਾਹੀਂ ਪੇਸ਼ ਕਰਾਂਗੇ, ਡਿਸਕਸ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਸਾਨੂੰ ਸਮਝਣਾ ਪਏਗਾ ਕਿ ਕਿਸੇ ਵੀ ਇਕੋਨਮੀ ਨੂੰ ਜਾਂ ਕਿਸੇ ਵੀ ਅਰਥ ਵਿਵਸਥਾ ਨੂੰ ਅਸੀਂ ਚਾਰ ਸੈਕਟਰ ਦੇ ਵਿੱਚ ਡਿਵਾਈਡ ਕਰਦੇ ਹਾਂ। ਚਾਰ ਸੈਕਟਰ ਕਿਹੜੇ ਕਿਹੜੇ ਨੇ? ਇੱਕ ਹਾਊਸਹੋਲਡ ਸੈਕਟਰ ਹੈ, ਘਰੇਲੂ ਖੇਤਰ। ਇੱਕ ਹੈ ਬਿਜ਼ਨਸ ਸੈਕਟਰ, ਜਿਸ ਨੂੰ ਅਸੀਂ ਵਪਾਰਿਕ ਖੇਤਰ ਜਾਂ ਪ੍ਰੋਡਿਊਸਰ ਸੈਕਟਰ ਕਹਿ ਦਿੰਦੇ ਹਾਂ। ਤੀਸਰਾ ਹੁੰਦਾ ਹੈ ਗਵਰਨਮੈਂਟ ਖੇਤਰ, ਗਵਰਨਮੈਂਟ ਸੈਕਟਰ, ਜਿਹਨੂੰ ਅਸੀਂ ਸਰਕਾਰੀ ਖੇਤਰ ਕਹਿੰਦੇ ਹਾਂ। ਚੌਥਾ ਜਿਹੜਾ ਹੈਗਾ ਰੈਸਟ ਆਫ ਦਾ ਵਰਲਡ, ਜਾਂ ਅਸੀਂ ਇਸ ਨੂੰ ਫੋਰਨ ਸੈਕਟਰ ਜਾਂ ਵਿਦੇਸ਼ੀ ਖੇਤਰ ਕਹਿ ਰਹੇ ਹਾਂ। ਤਾਂ ਉਸੀ ਬੇਸ ਦੇ ਉੱਤੇ ਜੇ ਅਸੀਂ ਸਿਰਫ ਹਾਊਸਹੋਲਡ ਸੈਕਟਰ ਅਤੇ ਪ੍ਰੋਡਿਊਸਰ ਸੈਕਟਰ ਜਾਂ ਬਿਜ਼ਨਸ ਸੈਕਟਰ ਦੇ ਪ੍ਰਵਾਹ ਨੂੰ ਡਿਸਕਸ ਕਰੀਏ ਜਾਂ ਸਟੱਡੀ ਕਰੀਏ, ਤਾਂ ਇਹ ਟੂ ਸੈਕਟਰ ਮਾਡਲ ਹੋਏਗਾ।
ਜੇ ਇਸ ਦੇ ਵਿੱਚ ਅਸੀਂ ਗਵਰਨਮੈਂਟ ਸੈਕਟਰ ਨੂੰ ਐਡ ਕਰ ਲਈਏ ਤਾਂ 3 ਸੈਕਟਰ ਮਾਡਲ ਬਣ ਜਾਏਗਾ। ਅਤੇ ਜੇ ਇਸ 3 ਸੈਕਟਰ ਮਾਡਲ ਦੇ ਵਿੱਚ ਅਸੀਂ ਫੋਰਨ ਸੈਕਟਰ ਜਾਂ ਰੈਸਟ ਆਫ ਦਾ ਵਰਲਡ ਸੈਕਟਰ ਨੂੰ ਐਡ ਕਰ ਲਈਏ ਤਾਂ ਇਹ 4 ਸੈਕਟਰ ਮਾਡਲ ਬਣ ਜਾਏਗਾ। ਤਾਂ ਪ੍ਰੋਡਿਊਸਰ ਜਿਹੜਾ 2 ਸੈਕਟਰ ਇਕੋਨਮੀ, ਜਿਹੜਾ ਇਸ 2 ਸੈਕਟਰ ਦੇ ਵਿੱਚ ਅਸੀਂ ਸਿਰਫ ਹਾਊਸਹੋਲਡ ਸੈਕਟਰ ਅਤੇ ਬਿਜ਼ਨਸ ਸੈਕਟਰ ਜਾਂ ਪ੍ਰੋਡਿਊਸਰ ਸੈਕਟਰ ਦੋਨੋਂ ਸੈਕਟਰਸ ਨੂੰ ਲੈਂਦੇ ਹਾਂ। ਇਹ ਇੱਕ ਸਿੰਪਲ ਮਾਡਲ ਹੈ ਇਕੋਨਮੀ ਨੂੰ ਸਮਝਣ ਦੇ ਲਈ। ਤਾਂ ਇਸ ਨੂੰ ਕਰਨ ਤੋਂ ਪਹਿਲਾਂ ਅਸੀਂ ਜੇ ਇਸ ਨੂੰ ਅੰਡਰਸਟੈਂਡ ਕਰਨਾ ਹੋਵੇ ਤਾਂ ਕਈ ਅਜੰਪਸ਼ਨਸ, ਕਈ ਮਾਨਤਾਵਾਂ ਅਸੀਂ ਲੈ ਕੇ ਚੱਲਦੇ ਹਾਂ। ਪਹਿਲੀ ਮਾਨਤਾ ਤਾਂ ਇਹ ਹੈ ਕਿ ਅਸੀਂ ਮੰਨਦੇ ਹਾਂ ਕਿ 2 ਸੈਕਟਰਸ ਹਨ, ਇੱਕ ਹਾਊਸਹੋਲਡ ਸੈਕਟਰ, ਇੱਕ ਪ੍ਰੋਡਿਊਸਿੰਗ ਸੈਕਟਰ ਜਾਂ ਬਿਜ਼ਨਸ ਸੈਕਟਰ। ਜਿਹੜਾ ਹਾਊਸਹੋਲਡ ਸੈਕਟਰ ਹੈ ਇਹ ਆਪਣੀਆਂ ਜਿਹੜੀਆਂ ਸੇਵਾਵਾਂ ਨੇ, ਫੈਕਟਰ ਸਰਵਿਸਿਜ਼, ਸਾਰਿਆਂ ਦੀ ਜਿਹੜੀਆਂ ਸੇਵਾਵਾਂ ਨੇ ਉਹ ਪ੍ਰੋਡਿਊਸਰ ਸੈਕਟਰ ਨੂੰ ਸਪਲਾਈ ਕਰਦਾ ਹੈ, ਪ੍ਰੋਡਿਊਸਰ ਸੈਕਟਰ ਨੂੰ ਇਹਦੀ ਪੂਰਤੀ ਕਰਦਾ ਹੈ ਅਤੇ ਇਸ ਦੇ ਬਦਲੇ ਉਹ ਅੰਤਿਮ ਵਸਤੂਆਂ ਅਤੇ ਸੇਵਾਵਾਂ ਜਿਹੜੀਆਂ ਹੈ ਉਹ ਕੰਜ਼ਿਊਮ ਕਰਦਾ ਹੈ, ਖਰੀਦਦਾ ਹੈ। ਅਤੇ ਜਿਹੜਾ ਪ੍ਰੋਡਿਊਸਰ ਸੈਕਟਰ ਹੈ ਉਹ ਅੰਤਿਮ ਵਸਤੂਆਂ ਅਤੇ ਸੇਵਾਵਾਂ ਨੂੰ ਪੈਦਾ ਕਰਦਾ ਹੈ। ਅਤੇ ਕਿਸ ਤਰ੍ਹਾਂ ਪੈਦਾ ਕਰਦਾ ਹੈ? ਜਿਹੜੀਆਂ ਹਾਊਸਹੋਲਡ ਸੈਕਟਰ ਆਪਣੀਆਂ ਸੇਵਾਵਾਂ ਦਿੰਦਾ ਹੈ ਉਹਨਾਂ ਸੇਵਾਵਾਂ ਨੂੰ ਪ੍ਰਾਪਤ ਕਰਦਾ ਹੈ। ਜਿਸ ਤਰ੍ਹਾਂ ਲੇਬਰ ਉਹਨਾਂ ਦੀ ਯੂਜ਼ ਕਰਦਾ ਹੈ, ਉਹਨਾਂ ਦਾ ਕੈਪੀਟਲ ਯੂਜ਼ ਕਰਦਾ ਹੈ। ਇਸ ਦੂਸਰਾ ਇਸ 'ਚ ਅਜੰਪਸ਼ਨ ਅਸੀਂ ਮੰਨਦੇ ਹਾਂ ਕਿ ਆਰਥਿਕ ਕਿਰਿਆਵਾਂ ਦੇ ਵਿੱਚ ਗੌਰਮੈਂਟ ਦਾ ਕੋਈ ਰੋਲ ਨਹੀਂ ਹੁੰਦਾ ਜਾਂ ਗੌਰਮੈਂਟ ਦਾ ਕੋਈ ਇਨਫਲੂਐਂਸ, ਗੌਰਮੈਂਟ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਤੀਸਰੀ ਮਾਨਤਾ ਅਸੀਂ ਇਸ ਦੇ ਵਿੱਚ ਮੰਨਦੇ ਹਾਂ ਕਿ ਇੱਕ ਬੰਦ ਅਰਥ ਵਿਵਸਥਾ ਹੈ, ਇੱਕ ਕਲੋਜ਼ਡ ਇਕੋਨਮੀ ਹੈ ਜਿਸ ਦੇ ਵਿੱਚ ਐਕਸਪੋਰਟ ਅਤੇ ਇੰਪੋਰਟ ਐਕਟੀਵਿਟੀ ਜਿਹੜੀ ਹੈ ਉਹ ਨਹੀਂ ਲਈ ਜਾਂਦੀ, ਐਕਸਪੋਰਟ ਇੰਪੋਰਟ ਨਹੀਂ ਕੀਤਾ ਜਾਂਦਾ। ਅਤੇ ਚੌਥੀ ਜਿਹੜੀ ਅਜੰਪਸ਼ਨ ਅਸੀਂ ਮੰਨਦੇ ਹਾਂ ਕਿ ਜਿਹੜਾ ਹਾਊਸਹੋਲਡ ਸੈਕਟਰ ਹੈ, ਘਰੇਲੂ ਖੇਤਰ ਹੈ, ਜੋ ਵੀ ਇਨਕਮ ਇਸ ਨੂੰ ਮਿਲਦੀ ਹੈ ਉਹ ਸਾਰੀ ਦੀ ਸਾਰੀ ਇਨਕਮ ਨੂੰ ਵਸਤੂਆਂ ਅਤੇ ਸੇਵਾਵਾਂ ਨੂੰ ਖਰੀਦਣ 'ਤੇ ਖਰਚ ਕਰਦਾ ਅਤੇ ਕੋਈ ਸੇਵਿੰਗ ਜਾਂ ਕੋਈ ਬਚਤ ਜਿਹੜਾ ਉਹ ਨਹੀਂ ਕਰਦਾ। ਅਤੇ 5th ਅਜੰਪਸ਼ਨ ਅਸੀਂ ਜਿਹੜੀ ਮੰਨ ਕੇ ਚੱਲ ਰਹੇ ਹਾਂ ਕਿ ਜਿਹੜਾ ਪ੍ਰੋਡਿਊਸਿੰਗ ਸੈਕਟਰ ਹੈ ਉਹ ਜੋ ਵੀ ਇਸ ਨੂੰ ਆਮਦਨ ਪ੍ਰਾਪਤ ਹੁੰਦੀ ਹੈ ਉਹ ਕੀ ਕਰਦਾ ਹੈ, ਆਪਣੇ ਕੋਲ ਨਹੀਂ ਰੱਖਦਾ, ਮਤਲਬ ਅਨਡਿਸਟ੍ਰੀਬਿਊਟਿਡ ਪ੍ਰੋਫਿਟ ਨਹੀਂ ਰੱਖਦਾ, ਮਤਲਬ ਕਿ ਆਪਣੇ ਕੋਲ ਪ੍ਰੋਫਿਟ ਦਾ ਹਿੱਸਾ ਨਹੀਂ ਰੱਖਦਾ। ਉਹ ਸਾਰੇ ਦੇ ਸਾਰੇ ਪ੍ਰੋਫਿਟ ਨੂੰ ਉਹ ਕੀ ਕਰਦਾ ਹੈ, ਡਿਸਟ੍ਰੀਬਿਊਟ ਕਰਦਾ ਹੈ। ਤਾਂ ਇਹ ਅਜੰਪਸ਼ਨਸ ਅਸੀਂ ਮੰਨ ਕੇ ਚੱਲਦੇ। ਤਾਂ ਇਹਨਾਂ ਅਜੰਪਸ਼ਨਸ ਦੇ ਬੇਸ 'ਤੇ ਅਸੀਂ ਇਸ ਮਾਡਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਹਾਊਸਹੋਲਡ ਸੈਕਟਰ ਹੈ ਮੇਰੇ ਲੈਫਟ ਹੈਂਡ ਸਾਈਡ 'ਤੇ ਅਤੇ ਰਾਈਟ ਹੈਂਡ ਸਾਈਡ 'ਤੇ ਕੀ ਹੈ, ਬਿਜ਼ਨਸ ਫਰਮਸ। ਹੁਣ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜਾ ਹਾਊਸਹੋਲਡ ਸੈਕਟਰ ਹੈ, ਉੱਪਰਲੇ ਪਾਸੇ ਅਸੀਂ ਐਰੋ ਦੇਖਦੇ ਹਾਂ, ਸਭ ਤੋਂ ਉੱਪਰ ਹਾਊਸਹੋਲਡ ਸੈਕਟਰ ਆਪਣੀ ਜਿਹੜੀਆਂ ਫੈਕਟਰ ਸਰਵਿਸਿਜ਼ ਨੇ, ਲੈਂਡ ਹੈ, ਲੇਬਰ ਹੈ, ਕੈਪੀਟਲ ਹੈ, ਐਂਟਰਪ੍ਰਾਈਜ਼ ਹੈ, ਇਹ ਬਿਜ਼ਨਸ ਫਰਮਸ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ, ਮਤਲਬ ਫੈਕਟਰ ਸਰਵਿਸਿਜ਼, ਮਤਲਬ ਸਾਰਿਆਂ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਅਤੇ ਬਿਜ਼ਨਸ ਫਰਮ ਇਹਨਾਂ ਸੇਵਾਵਾਂ ਨੂੰ ਲੈਣ ਦੇ ਬਦਲੇ ਕੀ ਪ੍ਰੋਵਾਈਡ ਕਰਦਾ, ਕੀ ਦਿੰਦਾ, ਫੈਕਟਰ ਪੇਮੈਂਟ, ਸਾਰਿਆਂ ਦਾ ਭੁਗਤਾਨ ਕਰਦਾ ਹੈ। ਹੁਣ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਲੇਬਰ ਦੇ ਬਦਲੇ ਉਹ ਕੀ ਦੇਗਾ, ਲੇਬਰਰ ਨੂੰ ਵੇਜਿਸ ਦੇਗਾ, ਲੈਂਡ ਓਨਰ ਨੂੰ ਲੈਂਡ ਦੀਆਂ ਸੇਵਾਵਾਂ ਲੈਣ ਦੇ ਬਦਲੇ ਰੈਂਟ ਦੇਗਾ, ਕੈਪੀਟਲਿਸਟ ਨੂੰ, ਪੂੰਜੀਪਤੀ ਨੂੰ ਇੰਟਰਸਟ ਦੇਗਾ ਅਤੇ ਐਂਟਰਪ੍ਰੀਨਰ ਨੂੰ ਉਹ ਕੀ ਦੇਗਾ, ਪ੍ਰੋਫਿਟ ਦੇਗਾ। ਤਾਂ ਹਾਊਸਹੋਲਡ ਸੈਕਟਰ ਤੋਂ ਫੈਕਟਰ ਸਰਵਿਸਿਜ਼ ਲੈਣ ਦੇ ਬਦਲੇ ਬਿਜ਼ਨਸ ਫਰਮ ਹਾਊਸਹੋਲਡ ਸੈਕਟਰ ਨੂੰ ਭੁਗਤਾਨ ਕਰੇਗਾ ਉਹਨਾਂ ਦੀ ਸੇਵਾਵਾਂ ਦੇ ਬਦਲੇ। ਤਾਂ ਜਿਹੜਾ ਭੁਗਤਾਨ ਹਾਊਸਹੋਲਡ ਸੈਕਟਰ ਨੂੰ ਬੇਸਿਸ, ਰੈਂਟ, ਇੰਟਰਸਟ ਜਾਂ ਪ੍ਰੋਫਿਟ ਦੇ ਰੂਪ ਵਿੱਚ ਆਇਆ ਹੈ, ਉਹ ਸਾਰੇ ਦੇ ਸਾਰੇ ਪੈਸੇ, ਸਾਰੀ ਦੀ ਸਾਰੀ ਆਮਦਨ ਨੂੰ ਉਹ ਖਰਚ ਕਰੇਗਾ, ਕੰਜ਼ੰਪਸ਼ਨ ਐਕਸਪੈਂਡੀਚਰ ਕਰੇਗਾ। ਨਿਚਲੇ ਪਾਸੇ ਆਪਾਂ ਦੇਖੀਏ ਪਹਿਲੀ ਐਰੋ, ਪਹਿਲਾ ਸਰਕਲ, ਉਹ ਕਿਹਨਾਂ ਵਸਤੂਆਂ ਅਤੇ ਸੇਵਾਵਾਂ 'ਤੇ ਖਰਚ ਕਰੇਗਾ ਜਿਹੜੀ ਕਿ ਬਿਜ਼ਨਸ ਫਰਮ ਕੀ ਕਰਦੀ ਹੈ, ਪ੍ਰੋਡਿਊਸ ਕਰਦੀ ਹੈ।
ਤਾਂ ਬਿਜ਼ਨਸ ਫਰਮ ਜਿਹੜੀ ਹੈ ਅੰਤਿਮ ਵਸਤੂਆਂ ਅਤੇ ਸੇਵਾਵਾਂ ਜਿਹੜੀਆਂ ਕਿ ਬਿਜ਼ਨਸ ਫਰਮ ਪੈਦਾ ਕਰਦੀ ਹੈ, ਉਹ ਸਾਰੀ ਦੀ ਸਾਰੀ ਮੁਦਰਾ ਨੂੰ ਇਹਨਾਂ ਵਸਤੂਆਂ ਨੂੰ ਖਰੀਦਣ 'ਤੇ ਖਰਚ ਕਰਦੇ ਹਨ। ਅਤੇ ਬਿਜ਼ਨਸ ਫਰਮਸ ਜਿਹੜੀਆਂ ਨੇ ਜੋ ਵੀ ਵਸਤੂਆਂ ਅਤੇ ਸੇਵਾਵਾਂ ਅਸੀਂ ਪੈਦਾ ਕੀਤੀਆਂ, ਉਹ ਹਾਊਸਹੋਲਡ ਸੈਕਟਰ ਨੂੰ ਕੀ ਕਰੇਗਾ, ਸਪਲਾਈ ਕਰੇਗਾ। ਤਾਂ ਇਸ ਤਰ੍ਹਾਂ ਇਹ ਚੱਕਰ ਜਿਹੜਾ ਹੈ ਚੱਲਦਾ ਰਹੇਗਾ। ਤਾਂ ਬਿਜ਼ਨਸ ਫਰਮ ਗੁਡਸ ਐਂਡ ਸਰਵਿਸਿਜ਼ ਹਾਊਸਹੋਲਡ ਸੈਕਟਰ ਨੂੰ ਪ੍ਰੋਵਾਈਡ ਕਰੇਗਾ ਅਤੇ ਇਹਨਾਂ ਸੇਵਾਵਾਂ ਨੂੰ ਅਤੇ ਵਸਤੂਆਂ ਨੂੰ ਲੈਣ ਦੇ ਬਦਲੇ ਆਪਣੀ ਆਮਦਨ ਨੂੰ ਹਾਊਸਹੋਲਡ ਸੈਕਟਰ ਕੀ ਹੈ, ਖਰਚ ਕਰੇਗਾ। ਇਸ ਤਰ੍ਹਾਂ ਇਹ ਜਿਹੜਾ ਚੱਕਰ ਹੈ ਟੂ ਸੈਕਟਰ ਇਕੋਨਮੀ ਦੇ ਵਿੱਚ ਚੱਲਦਾ ਰਹੇਗਾ। ਤਾਂ ਇਹ ਅਸੀਂ ਮੰਨਿਆ ਹੀ ਹੈ ਕਿ ਹਾਊਸਹੋਲਡ ਸੈਕਟਰ ਨੂੰ ਜੋ ਇਨਕਮ ਮਿਲਦੀ ਹੈ ਉਸ ਦਾ ਕੋਈ ਸੇਵਿੰਗ ਵਗੈਰਾ ਜਾਂ ਟੈਕਸ ਦਾ ਭੁਗਤਾਨ ਜਾਂ ਕੁਛ ਨਹੀਂ ਹੁੰਦਾ, ਇਹਦੇ ਵਿੱਚ ਅਸੀਂ ਮੰਨਦੇ ਹਾਂ। ਤਾਂ ਜੇ ਮੰਨ ਲਓ ਇਹ ਮੰਨ ਲਿਆ ਜਾਵੇ ਕਿ ਹਾਊਸਹੋਲਡ ਸੈਕਟਰ ਸਾਰੀ ਆਮਦਨ ਖਰਚ ਨਹੀਂ ਕਰਦਾ, ਜਿਹੜੀ ਆਮਦਨ ਹਾਊਸਹੋਲਡ ਸੈਕਟਰ ਨੂੰ ਘਰੇਲੂ ਖੇਤਰ ਨੂੰ ਪ੍ਰਾਪਤ ਹੁੰਦੀ ਹੈ ਉਸ ਦਾ ਕੁਛ ਹਿੱਸਾ ਉਹ ਸੇਵਿੰਗ ਵੀ ਕਰਦੇ ਹਨ, ਸਾਰੀ ਆਮਦਨ ਨਹੀਂ ਖਰਚ ਕਰਦੇ। ਤਾਂ ਅਸੀਂ ਦੇਖਦੇ ਹਾਂ ਸੈਂਟਰ ਦੇ ਵਿੱਚ ਇਸ ਚੱਕਰ ਦੇ, ਤਾਂ ਹਾਊਸਹੋਲਡ ਸੈਕਟਰ ਜੇ ਸੇਵਿੰਗ ਕਰਦਾ ਹੈ ਤਾਂ ਉਹ ਵਿੱਤੀ ਮਾਰਕੀਟ ਦੇ ਵਿੱਚ, ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਉਹ ਆਪਣੀ ਸੇਵਿੰਗ ਕਰੇਗਾ, ਬੈਂਕਾਂ ਦੇ ਵਿੱਚ, ਪੋਸਟ ਆਫਿਸਿਸ ਦੇ ਵਿੱਚ ਜਾਂ ਹੋਰ ਕਈ ਵਿੱਤੀ ਸੰਸਥਾਵਾਂ 'ਚ ਸੇਵਿੰਗ ਕਰੇਗਾ। ਤਾਂ ਸੇਵਿੰਗ ਜਿਹੜੀ ਹੈ ਉਹ ਫਾਈਨੈਂਸ਼ੀਅਲ ਸੈਕਟਰ ਕੀ ਕਰੇਗਾ ਜਾਂ ਫਾਈਨੈਂਸ਼ੀਅਲ ਮਾਰਕੀਟ ਕੀ ਕਰੇਗਾ, ਉਹ ਬਿਜ਼ਨਸ ਫਰਮਸ ਨੂੰ ਉਧਾਰ ਦੇ ਦੇਗਾ ਇਨਵੈਸਟਮੈਂਟ ਪਰਪਸ ਲਈ। ਤਾਂ ਕਿੰਨਾ ਉਧਾਰ ਦੇਗਾ, ਜਿੰਨੀ ਉਹਨਾਂ ਕੋਲ ਸੇਵਿੰਗਸ ਹੋਣੀਆਂ ਹਾਊਸਹੋਲਡ ਸੈਕਟਰ ਤੋਂ। ਤਾਂ ਇਹ ਜਿਹੜੀ ਸੇਵਿੰਗਸ ਹੈ ਬਿਜ਼ਨਸ ਫਰਮਸ ਵੀ ਕਰ ਸਕਦੀਆਂ ਜਾਂ ਹਾਊਸਹੋਲਡ ਸੈਕਟਰ ਵੀ ਸੇਵਿੰਗ ਕਰ ਸਕਦੇ ਹਨ। ਬਿਜ਼ਨਸ ਫਰਮਸ ਵੀ, ਹਾਊਸਹੋਲਡ ਸੈਕਟਰ ਵੀ ਜਿਹੜੀ ਸੇਵਿੰਗਸ ਨੇ ਫਾਈਨੈਂਸ਼ੀਅਲ ਮਾਰਕੀਟ 'ਚ ਆਪਣੀ ਡਿਪੋਜ਼ਿਟ ਕਰਵਾਉਣਗੇ ਅਤੇ ਰੇਟ ਆਫ ਇੰਟਰਸਟ ਦੇ ਵਿੱਚ ਵੇਰੀਏਸ਼ਨ ਇਸ ਤਰ੍ਹਾਂ ਹੋਏਗੀ ਕਿ ਸੇਵਿੰਗਸ ਜਿਹੜੀ ਹੈ ਉਹ ਇਨਵੈਸਟਮੈਂਟ ਦੀ ਹੋ ਜਾਏਗੀ ਬਰਾਬਰ। ਇਸ ਤਰ੍ਹਾਂ ਹਾਊਸਹੋਲਡ ਸੈਕਟਰ ਨੂੰ ਜਿਹੜੀ ਇਨਕਮ ਹੈ ਉਹ ਐਕਸਪੈਂਡੀਚਰ ਦੇ ਬਰਾਬਰ ਹੋ ਜਾਏਗੀ, ਮਤਲਬ ਕਿ ਜਿਹੜੀ ਨੈਸ਼ਨਲ ਇਨਕਮ ਹੈ ਉਹ ਨੈਸ਼ਨਲ ਐਕਸਪੈਂਡੀਚਰ ਦੇ ਬਰਾਬਰ ਹੋ ਜਾਏਗੀ। ਜੇ ਪਹਿਲੀ ਤਾਂ ਗੱਲ ਅਸੀਂ ਲੀਕੇਜ ਮੰਨ ਕੇ ਨਹੀਂ ਚੱਲਦੇ ਸੇਵਿੰਗਸ ਦੇ ਰੂਲ ਵਿੱਚ, ਜੇ ਲੀਕੇਜ ਹੋ ਵੀ ਜਾਂਦੀ ਹੈ ਤਾਂ ਫਾਈਨੈਂਸ਼ੀਅਲ ਮਾਰਕੀਟ ਦੇ ਥਰੂ ਇਹ ਇੱਕ ਦੂਜੇ ਦੀ ਹੋ ਜਾਏਗੀ ਬਰਾਬਰ। ਤਾਂ ਇਸ ਦੇ ਵਿੱਚ ਅਸੀਂ ਕੈਪੀਟਲ ਮਾਰਕੀਟ ਨੂੰ ਇਨਵੋਲਵ ਕਰ ਰਹੇ, ਪੂੰਜੀ ਮਾਰਕੀਟ। ਹੁਣ ਜੇ ਅਸੀਂ ਮੰਨ ਲਈਏ ਲੀਕੇਜ ਐਂਡ ਇੰਜੈਕਸ਼ਨਸ, ਲੀਕੇਜ ਕੀ ਸੀਗਾ ਸਾਡੇ ਕੋਲ, ਸੇਵਿੰਗ ਸੀਗੀਆਂ, ਇੰਜੈਕਸ਼ਨ ਕੀ ਹੋ ਗਿਆ, ਇਨਵੈਸਟਮੈਂਟ ਹੋ ਗਈ। ਤਾਂ ਇਸ ਤਰ੍ਹਾਂ ਹੀ ਹੁਣ ਜੇ ਅਸੀਂ ਥ੍ਰੀ ਸੈਕਟਰ ਇਕੋਨਮੀ ਦੇ ਵਿੱਚ ਗੌਰਮੈਂਟ ਸੈਕਟਰ ਨੂੰ ਅਸੀਂ ਇਨਵੋਲਵ ਕਰ ਲਈ, ਜਿਹੜਾ ਟੂ ਸੈਕਟਰ ਇਕੋਨਮੀ ਹੈ ਉਹ ਤਾਂ ਐਸ ਸੱਚ ਰਹੇਗਾ, ਉਹ ਐਸ ਸੱਚ ਜਿਹੜਾ ਪਿੱਛੇ ਅਸੀਂ 2.2 ਤੱਕ ਕੀਤਾ। ਲੇਕਿਨ ਹੁਣ ਗੌਰਮੈਂਟ ਸੈਕਟਰ ਨੂੰ ਸਮਝਣ ਦੀ ਲੋੜ ਹੈ। ਤਾਂ ਜਿਹੜੇ ਹਾਊਸਹੋਲਡ ਸੈਕਟਰ ਹੈ ਅਤੇ ਬਿਜ਼ਨਸ ਸੈਕਟਰ ਹੈ, ਇਹ ਗੌਰਮੈਂਟ ਸੈਕਟਰ ਨੂੰ ਕੀ ਪੇ ਕਰਦੇ ਹੈ, ਟੈਕਸ ਪੇਮੈਂਟ ਕਰਦੇ ਹੈ, ਟੈਕਸ ਦਾ ਭੁਗਤਾਨ ਕਰਦੇ ਹੈ। ਤਾਂ ਟੈਕਸ ਦਾ ਭੁਗਤਾਨ ਕਰਕੇ ਸਰਕਾਰ ਨੂੰ ਕੀ ਹੁੰਦੀ ਹੈ, ਆਮਦਨ ਹੁੰਦੀ ਹੈ। ਤਾਂ ਜਿਹੜੀ ਆਮਦਨ ਹੁੰਦੀ ਹੈ ਤਾਂ ਗੌਰਮੈਂਟ ਜਿਹੜੀ ਹੈ ਉਹਨਾਂ ਨੂੰ ਕਈ ਬੈਨੀਫਿਟ ਹਾਊਸਹੋਲਡ ਸੈਕਟਰ ਨੂੰ ਪ੍ਰੋਵਾਈਡ ਕਰਦੀ ਹੈ। ਕਈ ਜਿਹੜੀਆਂ ਸਕੀਮਸ ਨੇ, ਵੇਜਿਸ ਦਿੰਦੀ ਹੈ, ਸੈਲਰੀਜ਼ ਦਿੰਦੀ ਹੈ, ਮਤਲਬ ਕਿ ਗੌਰਮੈਂਟ ਜਿਹੜੇ ਇੰਪਲਾਈਜ਼ ਹੈ ਉਹਨਾਂ ਨੂੰ ਸੈਲਰੀਜ਼ ਦਿੰਦੀ ਹੈ ਅਤੇ ਕਈ ਜਿਹੜੀਆਂ ਵੈਲਫੇਅਰ ਸਕੀਮਸ ਦੇ ਰੂਪ ਵਿੱਚ ਹਾਊਸਹੋਲਡ ਸੈਕਟਰ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਦੀ ਹੈ, ਸਹਾਇਤਾ ਦਿੰਦੀ ਹੈ। ਅਤੇ ਗੌਰਮੈਂਟ ਜਿਹੜੀ ਹੈ ਬਿਜ਼ਨਸ ਫਰਮਸ ਤੋਂ ਵਸਤੂਆਂ ਅਤੇ ਸੇਵਾਵਾਂ ਜਿਹੜੀਆਂ ਉਹ ਪਰਚੇਜ਼ ਕਰਦੀ ਹੈ। ਅਤੇ ਇਸ ਤੋਂ ਇਲਾਵਾ ਗੌਰਮੈਂਟ ਜਿਹੜੀ ਹੈ ਬਿਜ਼ਨਸ ਫਰਮਸ ਨੂੰ ਕਈ ਤਰ੍ਹਾਂ ਦੀਆਂ ਸਬਸਿਡੀਜ਼ ਵੀ ਪ੍ਰੋਵਾਈਡ ਕਰਦੀ ਹੈ। ਅਤੇ ਬਿਜ਼ਨਸ ਫਰਮ ਜੋ ਵੀ ਪੈਦਾ ਕਰਦੀ ਹੈ ਉਸ ਦੇ ਬਦਲੇ ਜੋ ਵੀ ਇਨਕਮ ਹੁੰਦੀ ਹੈ ਉਸ ਇਨਕਮ ਦੇ ਬਦਲੇ ਟੈਕਸ ਵੀ ਪ੍ਰੋਵਾਈਡ ਕਰਦੀ ਹੈ, ਟੈਕਸ ਜਿਹੜੀ ਹੈ ਉਹਨਾਂ ਨੂੰ ਗੌਰਮੈਂਟ ਨੂੰ ਦਿੰਦੀ ਹੈ। ਤਾਂ ਇਸ ਤਰ੍ਹਾਂ ਇਹ ਜਿਹੜਾ ਸਰਕਲ ਹੈ ਤਿੰਨ ਸੈਕਟਰ ਇਕੋਨਮੀ ਦੇ ਵਿੱਚ ਇਹ ਕੰਪਲੀਟ ਹੋ ਜਾਂਦਾ। ਜੇ ਅਸੀਂ ਹੁਣ 4 ਸੈਕਟਰ ਇਕੋਨਮੀ ਦੀ ਗੱਲ ਕਰੀਏ, 3 ਸੈਕਟਰ ਇਕੋਨਮੀ ਜਿਹੜੀ ਹੈ ਉਹ ਅਸੀਂ ਐਸ ਐਚ ਹੀ ਰਹੇਗਾ। ਹੁਣ ਇਸ ਦੇ ਲੋਅਰ ਸਾਈਡ ਦੇ ਉੱਤੇ ਨਿਚਲੇ ਪਾਸੇ ਅਸੀਂ ਐਕਸਟਰਨਲ ਸੈਕਟਰ ਨੂੰ ਇਨਵੋਲਵ ਕਰ ਰਹੇ ਹਾਂ।
ਐਕਸਟਰਨਲ ਸੈਕਟਰ ਜਾਂ ਇਸ ਨੂੰ ਅਸੀਂ ਰੈਸਟ ਆਫ ਦਾ ਵਰਲਡ ਵੀ ਕਹਿ ਸਕਦੇ ਹਾਂ। ਤਾਂ ਐਕਸਟਰਨਲ ਸੈਕਟਰ ਦੇ ਵਿੱਚ ਕੀ ਹੈ, ਐਕਸਪੋਰਟ ਅਤੇ ਇੰਪੋਰਟ ਕਰਨਾ। ਜੇ ਅਸੀਂ ਬਿਜ਼ਨਸ ਫਰਮਸ ਐਕਸਟਰਨਲ ਸੈਕਟਰ ਨੂੰ ਜਾਂ ਵਿਦੇਸ਼ੀ ਮਾਰਕੀਟ ਦੇ ਵਿੱਚ ਵਸਤੂਆਂ ਨੂੰ ਆਪਣਾ ਐਕਸਪੋਰਟ ਕਰਦਾ, ਨਿਰਯਾਤ ਕਰਦਾ ਵਸਤੂਆਂ ਅਤੇ ਸੇਵਾਵਾਂ ਨੂੰ, ਤਾਂ ਬਿਜ਼ਨਸ ਫਰਮਸ ਨੂੰ ਉਹਨਾਂ ਤੋਂ ਆਮਦਨ ਪ੍ਰਾਪਤ ਹੋਏਗੀ, ਰਿਸੀਵਟਸ ਪ੍ਰਾਪਤ ਹੋਣਗੀਆਂ। ਅਤੇ ਜੇ ਉਹ मतलब हाउस होल्ड सेक्टर की करता है, इतना बिजनेस सेक्टर ਤਾਂ ਆਪਣੀ ਗੁੱਡਸ ਪ੍ਰੋਵਾਈਡ ਕਰੇਗਾ। ਹਾਊਸ ਹੋਲਡ ਸੈਕਟਰ ਆਪਣੀਆਂ ਜਿਹੜੀਆਂ ਸਰਵਿਸਿਜ਼ ਐਕਸਟਰਨਲ ਸੈਕਟਰ ਨੂੰ ਪ੍ਰੋਵਾਈਡ ਕਰ ਸਕਦਾ, ਐਕਸਪੋਰਟ ਆਫ ਮੈਨ ਪਾਵਰ। ਅਤੇ ਜਦੋਂ ਆਪਣੇ ਉਹਦੇ ਡਾਕਟਰਸ, ਇੰਜੀਨੀਅਰਸ ਅਤੇ ਟੈਕਨੀਸ਼ੀਅਨਸ, ਸਕਿਲਡ ਮੈਨ ਪਾਵਰ ਜਾਂ ਅਨਸਕਿਲਡ ਮੈਨ ਪਾਵਰ ਹਾਊਸ ਹੋਲਡ ਸੈਕਟਰ ਤੋਂ ਵਿਦੇਸ਼ੀ ਮਾਰਕੀਟ 'ਚ ਜਾਣਗੇ, ਤਾਂ ਉਸਦੇ ਵੱਲ ਵਿਦੇਸ਼ੀ ਖੇਤਰ ਤੋਂ ਉਹਨਾਂ ਨੂੰ ਰੈਮਿਟੈਂਸਿਸ ਜਿਹੜੇ ਨੇ ਉਹ ਪ੍ਰਾਪਤ ਹੋਣਗੇ, ਮਤਲਬ ਕਿ ਵੇਜਿਸ, ਸੈਲਰੀਜ਼ ਅਤੇ ਹੋਰ ਜਿਹੜਾ ਇੰਟਰਸਟ ਹੈ, ਪ੍ਰੋਫਿਟ ਹੈ, ਜੋ ਵੀ ਹੈ ਉਹ ਉਹਨਾਂ ਨੂੰ ਪ੍ਰਾਪਤ ਹੋਏਗਾ। ਤਾਂ ਇਸ ਤਰ੍ਹਾਂ ਇਹ ਜਿਹੜਾ ਸਰਕਲ ਹੈ ਉਹ ਕੀ ਹੈ, 4 ਸੈਕਟਰ ਇਕੋਨਮੀ ਦੇ ਵਿੱਚ ਕੰਪਲੀਟ ਹੋ ਜਾਂਦਾ। ਜੇ ਐਕਸਪੋਰਟ ਕਰਦੇ ਹਾਂ ਤਾਂ ਇਨਕਮ ਪ੍ਰਾਪਤ ਹੋਏਗੀ, ਜੇ ਇੰਪੋਰਟ ਕਰਦੇ ਹਾਂ ਤਾਂ ਸਾਨੂੰ ਬਿਜ਼ਨਸ ਫਰਮਸ ਨੂੰ ਇਨਕਮ ਜਿਹੜੀ ਹੈ ਉਹ ਦੇਣੀ ਪਏਗੀ। ਇਸ ਤਰ੍ਹਾਂ ਹੀ ਐਕਸਟਰਨਲ ਸੈਕਟਰ ਤੋਂ ਜੇ ਐਕਸਟਰਨਲ ਸੈਕਟਰ ਜੇ ਬਿਜ਼ਨਸ ਫਰਮਸ ਨੂੰ ਜਾਂ ਹਾਊਸਿੰਗ ਸੈਕਟਰ ਨੂੰ ਆਪਣੀਆਂ ਸਰਵਿਸਿਜ਼ ਪ੍ਰੋਵਾਈਡ ਕਰਦਾ ਹੈ, ਤਾਂ ਐਕਸਟਰਨਲ ਸੈਕਟਰ ਨੂੰ ਉਹ ਇਨਕਮ ਜਿਹੜੀ ਹੈ ਉਹ ਪ੍ਰਾਪਤ ਹੋਏਗੀ। ਤਾਂ ਅਲਟੀਮੇਟਲੀ ਐਕਸਪੋਰਟ ਅਤੇ ਇੰਪੋਰਟ ਦੇ ਵਿੱਚ ਅਸੀਂ ਮੰਨ ਕੇ ਚੱਲਦੇ ਹਾਂ ਇਹ ਬੈਲੈਂਸ ਜਿਹੜਾ ਹੈ, ਜੋ ਵੀ ਅਸੀਂ ਭੁਗਤਾਨ ਕਰਨਾ ਅਤੇ ਜੋ ਵੀ ਅਸੀਂ ਰਿਸੀਵ ਕਰਨਾ ਉਹ ਇੱਕ ਦੂਜੇ ਦੇ ਕੀ ਹੋਏਗਾ, ਬਰਾਬਰ ਹੋਏਗਾ। ਤਾਂ ਦਿਸ ਵਾਸ ਦਾ ਸਰਕਲ ਫਲੋ ਆਫ ਇਨਕਮ ਇਨ ਦਾ 4 ਸੈਕਟਰ ਮੋਡਲ। ਹੁਣ ਅਸੀਂ ਡਿਸਕਸ ਕਰਦੇ ਹਾਂ ਨੈਸ਼ਨਲ ਇਨਕਮ ਅਤੇ ਇਸ ਦੇ ਨਾਲ ਜਿਹੜੀਆਂ ਸੰਬੰਧਿਤ ਜਿਹੜੀਆਂ ਧਾਰਨਾਵਾਂ ਨੇ, ਕਨਸੈਪਟਸ ਨੇ, ਉਹ ਅਸੀਂ ਡਿਸਕਸ ਕਰ ਰਹੇ ਹਾਂ। ਇਸ ਦੇ ਵਿੱਚ ਅਸੀਂ ਡਿਸਕਸ ਕਰਦੇ ਹਾਂ ਕਿ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ, ਜਿਸ ਨੂੰ ਅਸੀਂ ਬਾਜ਼ਾਰੀ ਕੀਮਤਾਂ ਤੇ ਕੁੱਲ ਘਰੇਲੂ ਉਤਪਾਦਨ ਕਹਿੰਦੇ ਹਾਂ, ਪਹਿਲਾ ਕਨਸੈਪਟ। ਦੂਸਰਾ ਹੈ ਗ੍ਰੋਸ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾइस, कुल राष्ट्रीय उत्पादन बाजारी कीमत या बाजारी कीमत है कुल राष्ट्रीय उत्पादन। तीसरा है नेट नेशनल प्रोडक्ट एट मार्केट प्राइस, बाजारी कीमत है शुद्ध राष्ट्रीय उत्पादन। चौथा कंसेप्ट है नेट डोमेस्टिक प्रोडक्ट एट मार्केट प्राइस, शुद्ध घरेलू उत्पादन बाजारी कीमत। पंजवां कंसेप्ट है ग्रोस डोमेस्टिक प्रोडक्ट एट फैक्ट्री कॉस्ट, कुल घरेलू उत्पादन साधन लागत। 6 कंसेप्ट है ग्रोस नेशनल प्रोडक्ट एट फैक्ट्री कॉस्ट, कुल राष्ट्रीय उत्पादन साधन लागत। 7 कंसेप्ट है नेट नेशनल प्रोडक्ट एट फैक्ट्री कॉस्ट, शुद्ध राष्ट्रीय उत्पादन साधन लागत। 8th है ग्रोस डोमेस्टिक प्रोडक्ट एट बेसिक प्राइस, मतलब आधारित कीमत के उत्ते कुल घरेलू उत्पादन। तो हम असी 1 बाय 1 इसमें कंसैप्ट में डिस्कस कर रहे हैं। तो पहला है ग्रोस डोमेस्टिक प्रोडक्ट एट मार्केट प्राइस। ग्रोस डोमेस्टिक प्रोडक्ट की होता है कि एक देश की सीमा के अंदर, एक देश की टैरिटरी के अंदर जो भी एक ਵਿੱਤੀ ਸਾਲ ਦੇ ਵਿੱਚ ਅੰਤਿਮ ਵਸਤੂਆਂ ਅਤੇ ਸੇਵਾਵਾਂ ਪੈਦਾ ਕੀਤੀਆਂ ਜਾਂਦੀਆਂ ਨੇ, ਉਹਨਾਂ ਦੇ ਮੌਦਰਿਕ ਮੁੱਲ ਦੇ ਜੋੜ ਨੂੰ ਅਸੀਂ ਕੀ ਕਹਿੰਦੇ ਹਾਂ, ਕੁੱਲ ਘਰੇਲੂ ਉਤਪਾਦਨ। ਮੈਂ ਰਿਪੀਟ ਕਰ ਰਿਹਾ, ਇੱਕ ਦੇਸ਼ ਦੀ ਸੀਮਾ ਦੇ ਅੰਤਰਗਤ ਸਾਰੇ ਖੇਤਰਾਂ ਦੁਆਰਾ ਜਿਹੜੀਆਂ ਵੀ ਅੰਤਿਮ ਵਸਤੂਆਂ ਅਤੇ ਸੇਵਾਵਾਂ ਇੱਕ ਵਿੱਤੀ ਸਾਲ ਦੇ ਅੰਦਰ ਪੈਦਾ ਕੀਤੀਆਂ ਜਾਂਦੀਆਂ ਨੇ, ਉਹਨਾਂ ਦੇ ਮੌਦਰਿਕ ਮੁੱਲ ਦੇ ਜੋੜ ਨੂੰ ਅਸੀਂ ਕੁੱਲ ਘਰੇਲੂ ਉਤਪਾਦਨ ਕਰਨਾ। ਤਾਂ ਹੁਣ ਇਸ ਦਾ ਫਾਰਮੂਲਾ ਵੀ ਦਿੱਤਾ ਹੋਇਆ ਕਿ ਮਨੀ ਵੈਲਿਊ ਆਫ ਫਾਈਨਲ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸਡ ਬਾਈ ਨੈਸ਼ਨਲ ਏਜੰਟ, ਇੱਕ ਦੇਸ਼ ਦੇ ਨਾਗਰਿਕਾਂ ਦੁਆਰਾ
ਜੋ ਵੀ ਅੰਤਿਮ ਵਸਤੂਆਂ ਅਤੇ ਸੇਵਾਵਾਂ ਪੈਦਾ ਕੀਤੀਆਂ ਜਾਂਦੀਆਂ ਉਸ ਦੇ ਮਨੀ ਵੈਲਿਊ ਨੂੰ, ਉਸ ਦੇ ਮੌਦਰਿਕ ਮੁੱਲ ਨੂੰ ਦੇ ਵਿੱਚ ਜੇ ਅਸੀਂ ਇਨਕਮ ਅਰਨਡ ਲੋਕਲੀ ਬਾਏ ਫੋਰਨ ਨੈਸ਼ਨਲਸ, ਵਿਦੇਸ਼ੀ ਨਾਗਰਿਕਾਂ ਦੁਆਰਾ ਜੇ ਸਥਾਨਿਕ ਤੌਰ ਤੇ ਜੇ ਇਨਕਮ ਜਿਹੜੀ ਅਰਨ ਕੀਤੀ ਜਾਂਦੀ ਹੈ, ਮਤਲਬ ਕਿ ਵਿਦੇਸ਼ੀ ਨਾਗਰਿਕ ਨੇ ਪਰ ਸਾਡੇ ਦੇਸ਼ ਦੇ ਵਿੱਚ ਹੀ ਉਹ ਇਨਕਮ ਪ੍ਰਾਪਤ ਕਰਦੇ ਆ, ਤਾਂ ਉਸ ਇਨਕਮ ਨੂੰ ਅਸੀਂ ਐਡ ਕਰਦੇ ਹਾਂ। ਅਤੇ ਜਿਹੜੇ ਸਾਡੇ ਨਾਗਰਿਕ, ਸਾਡੇ ਦੇਸ਼ ਦੇ ਨਾਗਰਿਕ ਦੂਸਰੇ ਦੇਸ਼ਾਂ ਵਿੱਚ ਰਹਿੰਦੇ ਨੇ, ਉਹਨਾਂ ਨੂੰ ਜਿਹੜੀ ਇਨਕਮ ਪ੍ਰਾਪਤ ਹੁੰਦੀ ਹੈ ਉਸ ਨੂੰ ਅਸੀਂ ਕੀ ਕਰਦੇ ਹਾਂ, ਮਾਈਨਸ ਕਰਦੇ ਹਾਂ। ਮਤਲਬ ਸਾਡੇ ਸੀਮਾ ਦੇ ਅੰਦਰ, ਸਾਡੀ ਟੈਰੀਟਰੀ ਦੇ ਅੰਦਰ, ਸਾਡੇ ਦੇਸ਼ ਦੀ ਸੀਮਾ ਦੇ ਅੰਦਰ ਜਿਹੜੇ ਵੀ ਨਾਗਰਿਕ ਰਹਿੰਦੇ ਨੇ, ਉਹ ਚਾਹੇ ਸਾਡੇ ਆਪਣੇ ਨਾਗਰਿਕ ਹੋਣ ਚਾਹੇ ਵਿਦੇਸ਼ੀ ਨਾਗਰਿਕ ਹੋਣ, ਉਹਨਾਂ ਨੂੰ ਜਿਹੜੀ ਇਨਕਮ ਹੁੰਦੀ ਹੈ ਉਸ ਨੂੰ ਅਸੀਂ GDP ਦੇ ਵਿੱਚ ਸ਼ਾਮਲ ਕਰਦੇ ਹਾਂ। ਅਤੇ ਵਿਦੇਸ਼ੀ ਨਾਗਰਿਕ ਚਾਹੇ ਹੋਣ ਚਾਹੇ ਸਾਡੇ ਨਾਗਰਿਕ ਹੋਣ, ਜੇ ਵਿਦੇਸ਼ਾਂ ਵਿੱਚ ਇਨਕਮ ਪ੍ਰਾਪਤ ਕਰਦੇ ਹੈ ਤਾਂ ਉਹਨਾਂ ਨੂੰ ਅਸੀਂ ਉਸ ਇਨਕਮ ਨੂੰ ਅਸੀਂ ਕੀ ਕਰਦੇ ਹਾਂ, ਮਾਈਨਸ ਕਰ ਦਿੰਦੇ ਹਾਂ। ਤਾਂ ਇਸ ਤਰ੍ਹਾਂ ਕਰਨ ਦੇ ਨਾਲ ਜੋ ਵੀ ਵੈਲਿਊ ਆ ਜਾਂਦੀ ਹੈ ਉਸ ਨੂੰ ਅਸੀਂ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਕਹਿੰਦੇ ਹਾਂ। ਹੁਣ ਇਸ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਜਿਹੜੀ ਕਿ ਆਪਾਂ ਪਿੱਛੇ ਕੀਤੀ ਹੈ ਕਿ ਮਨੀ ਵੈਲਿਊ ਆਫ ਫਾਈਨਲ ਗੁੱਡਸ ਐਂਡ ਸਰਵਿਸਿਜ਼, ਜਿਹੜਾ ਸਾਡੇ ਨਾਗਰਿਕਾਂ ਦੁਆਰਾ ਫੋਰਨ ਕੰਟਰੀ ਵਿੱਚ ਇਨਕਮ ਅਰਨਡ ਬਾਈ ਨੈਸ਼ਨਲ ਰੈਜ਼ੀਡੈਂਟਸ ਇਨ ਫੋਰਨ ਕੰਟਰੀਜ਼, ਅਤੇ ਇਸ ਨੂੰ ਅਸੀਂ ਕੀ ਕਰਦੇ ਹਾਂ, ਇਸ ਤੋਂ ਉਲਟ ਕਰ ਲਿਆ ਅਸੀਂ। ਇਸ ਦੇ ਵਿੱਚ ਅਸੀਂ ਗ੍ਰੋਸ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਕਹਿੰਦੇ ਹਾਂ। ਹੁਣ ਇਹ ਜਿਹੜਾ ਉਹ ਦੇ ਕੇ ਨੀਚੇ ਦਿੱਤਾ ਹੋਇਆ ਹੈ, ਇਸ ਨੂੰ ਸਮਝੀਏ। ਜੇ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਦੇ ਵਿੱਚ ਅਸੀਂ ਨੈਟ ਫੈਕਟਰੀ ਇਨਕਮ ਫਰੋਮ ਅਬਰੋਡ, NFIA ਦਾ ਮਤਲਬ ਨੈਟ ਫੈਕਟਰੀ ਇਨਕਮ ਫਰੋਮ ਅਬਰੋਡ, ਜਿਹੜੀ ਵਿਦੇਸ਼ਾਂ ਤੋਂ ਸਾਨੂੰ ਸ਼ੁੱਧ ਆਮਦਨ ਪ੍ਰਾਪਤ ਹੋਈ, ਮਤਲਬ ਕਿ ਜਿਹੜੀ ਇਨਕਮ ਅਸੀਂ ਪ੍ਰਾਪਤ ਕੀਤੀ ਅਤੇ ਜਿਹੜੀ ਇਨਕਮ ਅਸੀਂ ਦੂਸਰੇ ਦੇਸ਼ਾਂ ਨੂੰ ਭੇਜੀ, ਜੇ ਉਹ ਇਨਕਮ ਅਸੀਂ ਭੇਜੀ ਜ਼ਿਆਦਾ ਅਤੇ ਪ੍ਰਾਪਤ ਕੀਤੀ ਘੱਟ ਹੈ ਤਾਂ ਇਹ ਮਾਈਨਸ ਹੋ ਜਾਏਗੀ। ਜੇ ਇਨਕਮ ਪ੍ਰਾਪਤ ਅਸੀਂ ਜ਼ਿਆਦਾ ਕੀਤੀ ਹੈ ਅਤੇ ਭੇਜੀ ਘੱਟ ਹੈ ਤਾਂ ਉਹ ਕੀ ਹੋ ਜਾਏਗੀ, ਐਡ ਹੋ ਜਾਏਗੀ। ਤਾਂ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸਿੰਗ ਦੇ ਵਿੱਚ ਜੇ ਨੈਟ ਫੈਕਟਰੀ ਇਨਕਮ ਮਤਲਬ ਕਿ ਸ਼ੁੱਧ ਵਿਦੇਸ਼ੀ ਆਮਦਨ ਵਿਦੇਸ਼ਾਂ ਤੋਂ ਜੇ ਅਸੀਂ ਐਡ ਕਰ ਲੈਂਦੇ ਹਾਂ ਤਾਂ ਇਸ ਨੂੰ ਅਸੀਂ ਕਹਿੰਦੇ ਹਾਂ GNP ਐਟ ਮਾਰਕੀਟ ਪ੍ਰਾਈਸ। ਤਾਂ ਉਹ ਨੀਚੇ ਲਿਖਿਆ ਹੀ ਹੋਇਆ ਹੈ ਕਿ ਜੇ ਇਹ ਪੋਜ਼ਿਟਿਵ ਹੈ ਤਾਂ ਇਹਦਾ ਮਤਲਬ ਕੀ ਹੈ ਕਿ ਇਨਕਮ ਅਰਨਡ ਬਾਈ ਨੈਸ਼ਨਲ ਰੈਜ਼ੀਡੈਂਟਸ, ਸਾਡੇ ਦੇਸ਼ ਦੇ ਨਾਗਰਿਕਾਂ ਦੁਆਰਾ ਜਿਹੜੀ ਇਨਕਮ ਹੈ ਉਹ ਫੋਰਨ ਨੈਸ਼ਨਲ ਦੇ ਨਾਲੋਂ ਜੇ ਜ਼ਿਆਦਾ ਹੋਵੇ ਤਾਂ ਇਹ ਐਡ ਹੋ ਜਾਏਗੀ, ਤਾਂ ਉਹਦੇ ਨਾਲ ਫਿਰ GNP GDP ਦੇ ਨਾਲੋਂ ਜ਼ਿਆਦਾ ਹੋ ਜਾਏਗੀ। ਜੇ ਨੈਟ ਫੈਕਟਰੀ ਇਨਕਮ ਫਰੋਮ ਅਬਰੋਡ ਮਤਲਬ ਕਿ ਨੈਟ ਫੈਕਟਰ ਸ਼ੁੱਧ ਸਾਧਨਾਂ ਦੁਆਰਾ ਜਿਹੜੀ ਇਨਕਮ ਹੈ ਵਿਦੇਸ਼ਾਂ ਤੋਂ ਉਹ ਜੇ ਨੈਗੇਟਿਵ ਹੈ ਤਾਂ ਦੈਟ ਇਜ਼ ਇਨਕਮ ਅਰਨਡ ਬਾਈ ਨੈਸ਼ਨਲ ਰੈਜ਼ੀਡੈਂਟ, ਸਾਡੀ ਮਤਲਬ ਰਾਸ਼ਟਰੀ ਜਿਹੜੇ ਨਾਗਰਿਕ ਨੇ ਉਹਨਾਂ ਦੀ ਜਿਹੜੀ ਇਨਕਮ ਹੈ ਉਹ ਵਿਦੇਸ਼ੀ ਨਾਗਰਿਕਾਂ ਦੇ ਨਾਲੋਂ ਘੱਟ ਹੈ, ਤਾਂ ਵਿਦੇਸ਼ਾਂ ਦੇ ਰਹਿਣ ਵਾਲੇ ਨਾਗਰਿਕਾਂ ਨਾਲੋਂ ਘੱਟ ਹੈ, ਤਾਂ GNP ਜਿਹੜੀ ਹੈ ਗ੍ਰੋਸ ਨੈਸ਼ਨਲ ਪ੍ਰੋਡਕਟ ਜਿਹੜੀ ਹੈ ਉਹ GDP ਦੇ ਨਾਲੋਂ ਕੀ ਹੋਏਗੀ, ਘੱਟ ਹੋਏਗੀ। ਤਾਂ ਉੱਪਰ ਇਸ ਦਾ ਫਾਰਮੂਲਾ ਦਿੱਤਾ ਹੋਇਆ ਹੈ ਕਿ ਇਸ ਦੇ ਵਿੱਚ ਜਿਹੜੀ ਇਨਕਮ ਹੈ ਨੈਸ਼ਨਲ ਰੈਜ਼ੀਡੈਂਟ ਇਨ ਫੋਰਨ ਕੰਟਰੀਜ਼ ਉਸ ਨੂੰ ਐਡ ਕਰ ਲਿਆ, ਅਤੇ ਜਿਹੜੀ ਲੋਕਲੀ ਹੈ ਬਟ ਅਗੇਨ ਟੂ ਫੋਰਨ ਨੈਸ਼ਨਲਸ, ਮਤਲਬ ਇਨਕਮ ਅਸੀਂ ਅਰਨ ਕਰ ਰਹੇ ਹਾਂ ਲੋਕਲ, ਜਿਹੜੀ ਜਾ ਰਹੀ ਹੈ ਉਹ ਵਿਦੇਸ਼ੀ ਨਾਗਰਿਕਾਂ ਨੂੰ, ਵਿਦੇਸ਼ਾਂ ਨੂੰ, ਵਿਦੇਸ਼ੇ ਦੂਸਰੇ ਦੇਸ਼ਾਂ ਨੂੰ, ਤਾਂ ਉਸ ਨੂੰ ਅਸੀਂ ਕਰ ਦਿੰਦੇ ਹਾਂ ਮਾਈਨਸ ਕਰ ਦਿੰਦੇ। ਤਾਂ ਜੇ ਰਿਲੇਸ਼ਨਸ਼ਿਪ ਬਿਟਵੀਨ GDP ਐਂਡ GNP ਦੇਖਣਾ ਹੋਵੇ ਤਾਂ ਜਿਹੜਾ ਇਹ ਫਾਰਮੂਲਾ ਹੈ ਉਹੀ ਸਾਨੂੰ ਖਿਆਲ 'ਚ ਰੱਖਣਾ ਚਾਹੀਦਾ। ਹੁਣ ਅਸੀਂ ਦੇਖਦੇ ਹਾਂ ਕਿ ਨੈਟ ਨੈਸ਼ਨਲ ਪ੍ਰੋਡਕਟ, ਪਿਛਲਾ ਜਿਹੜਾ ਦੂਸਰਾ ਕੰਸੈਪਟ ਕੀਤਾ ਅਸੀਂ ਕੀਤਾ GNP ਐਟ ਮਾਰਕੀਟ ਪ੍ਰਾਈਸ। GNP ਅਤੇ ਨੈਟ ਦੇ ਵਿੱਚ ਫਰਕ ਹੁੰਦਾ ਹੈ ਡੈਪਰੀਸ਼ੀਏਸ਼ਨ ਐਂਡ ਆਬਸੋਲੈਂਸ, ਮਤਲਬ ਜਿਹੜੀ ਮਸ਼ੀਨਾਂ ਅਸੀਂ ਯੂਜ਼ ਕਰਦੇ ਹਾਂ, ਜਿਹੜੀ ਕੈਪੀਟਲ ਨੂੰ ਅਸੀਂ ਯੂਜ਼ ਕਰਦੇ ਹਾਂ, ਉਸ ਕੈਪੀਟਲ ਦੀ ਜਿਹੜੀ ਵੈਲਿਊ ਹੈ ਉਹ ਘਟਦੀ ਜਾਂਦੀ ਹੈ। ਉਹ ਕਿੰਨੀ ਵੈਲਿਊ ਘਟੀ ਹੈ, ਜੇ ਮੰਨ ਲਓ ਇੱਕ 10 ਲੱਖ ਰੁਪਏ ਦੀ ਮਸ਼ੀਨ ਅਸੀਂ ਲਈ ਹੈ ਤਾਂ ਜੇ ਅਗਲੇ ਸਾਲ ਉਹਦੀ ਵੈਲਿਊ ਜਿਹੜੀ ਹੈ 9 ਲੱਖ ਰਹਿ ਜਾਂਦੀ ਹੈ ਤਾਂ ਇਹਦਾ ਮਤਲਬ ਉਸਦੀ ਡੈਪਰੀਸ਼ੀਏਸ਼ਨ ਜਿਹੜੀ ਹੈ ਉਹ 1 ਲੱਖ ਰੁਪਏ ਹੋਗੀ। ਤਾਂ GNP ਦੇ ਵਿੱਚੋਂ 1 ਲੱਖ ਰੁਪਏ ਜੇ ਅਸੀਂ ਮਾਈਨਸ ਕਰਦੇ ਹਾਂ ਤਾਂ ਉਹ ਸਾਡੇ ਕੋਲ ਬਣ ਗਈ ਨੈਟ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ।
ਤਾਂ ਉੱਪਰ ਇਹਦੀ ਡੈਫੀਨੇਸ਼ਨ ਦਿੱਤੀ ਹੋਈ ਹੈ ਕਿ ਜੋ ਫਾਈਨਲ ਗੁਡਸ ਐਂਡ ਸਰਵਿਸਿਜ਼ ਇੱਕ ਦੇਸ਼ ਦੇ ਵਿੱਚ 1 ਸਾਲ ਦੇ ਅੰਦਰ ਜੋ ਪ੍ਰੋਡਿਊਸ ਹੋਈ ਹੈ, ਉਸ ਦੀ ਟੋਟਲ ਮਨੀ ਵੈਲਿਊ ਨੂੰ ਅਸੀਂ ਉਹਦੇ ਵਿੱਚੋਂ ਅਸੀਂ ਡੈਪਰੀਸ਼ੀਏਸ਼ਨ ਦਾ ਮਤਲਬ ਹੁੰਦਾ ਕਿ ਜਿਹੜੀ ਫਿਕਸਡ ਕੈਪੀਟਲ ਹੈ, ਜਿਹੜੀ ਸਥਿਰ ਪੂੰਜੀ ਹੈ, ਉਸ ਦੇ ਉਪਭੋਗ ਨੂੰ ਜਾਂ ਉਸ ਦੀ ਵੈਲਿਊ ਨੂੰ ਜਿਹੜੀ ਘਟ ਗਈ, ਉਸ ਨੂੰ ਮਾਈਨਸ ਕਰ ਦਈਏ ਤਾਂ ਸਾਡੇ ਕੋਲ ਬਣ ਜਾਏਗਾ ਨੈਟ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ। ਜੇ NNP ਐਟ ਮਾਰਕੀਟ ਪ੍ਰਾਈਸਿਸ ਨੂੰ GDP ਦੇ ਨਾਲ ਅਸੀਂ ਰਿਲੇਸ਼ਨਸ਼ਿਪ ਲਈਏ ਤਾਂ ਬਣ ਜਾਏਗਾ GDP ਮਾਈਨਸ ਡੈਪਰੀਸ਼ੀਏਸ਼ਨ ਪਲੱਸ ਨੈਟ ਫੈਕਟਰੀ ਇਨਕਮ ਫਰੋਮ ਅਬਰੋਡ। ਇਹ ਆਪਾਂ ਪਿੱਛੇ ਕਰ ਹੀ ਚੁੱਕੇ ਹਾਂ। ਠੀਕ ਹੈ ਜੀ। ਤਾਂ ਜੇ ਡੈਪਰੀਸ਼ੀਏਸ਼ਨ ਅਸੀਂ ਲੈਣੀ ਹੈ ਇਸਲੇ ਪਾਸੇ, ਤਾਂ ਡੈਪਰੀਸ਼ੀਏਸ਼ਨ ਕੀ ਹੋ ਗਿਆ, NNP ਐਟ ਮਾਰਕੀਟ ਪ੍ਰਾਈਸ ਦੇ ਵਿੱਚੋਂ GNP ਐਟ ਮਾਰਕੀਟ ਪ੍ਰਾਈਸ ਅਸੀਂ ਮਾਈਨਸ ਕਰ ਦਈਏ ਤਾਂ ਇਹ ਇੱਕ ਹਿਸਾਬ ਬਣਦਾ ਸਾਡੇ ਕੋਲ ਮਿਲਣਾ। ਨੈਕਸਟ ਕੰਸੈਪਟ ਜਿਹੜਾ ਹੈ ਉਹ ਹੈ ਨੈਟ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ। ਇਹਨੂੰ ਕਹਿੰਦੇ ਹੈ ਸ਼ੁੱਧ ਘਰੇਲੂ ਉਤਪਾਦਨ ਬਾਜ਼ਾਰੀ ਕੀਮਤਾਂ ਦੇ। ਸ਼ੁੱਧ ਘਰੇਲੂ ਉਤਪਾਦਨ NDP ਐਟ ਮਾਰਕੀਟ ਪ੍ਰਾਈਸ ਦੇ ਵਿੱਚ ਦਾ ਰਿਲੇਸ਼ਨਸ਼ਿਪ ਹੈ GDP ਦੇ ਵਿੱਚੋਂ ਅਸੀਂ ਜੇ ਡੈਪਰੀਸ਼ੀਏਸ਼ਨ ਮਾਈਨਸ ਕਰ ਦਈਏ ਤਾਂ ਸਾਡੇ ਕੋਲ NDP ਐਟ ਮਾਰਕੀਟ ਪ੍ਰਾਈਸਿਸ ਆ ਜਾਏਗਾ। ਜਾਂ ਅਸੀਂ ਨੈਟ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸਿਸ ਦੇ ਵਿੱਚੋਂ ਅਸੀਂ ਨੈਟ ਫੈਕਟਰੀ ਇਨਕਮ ਫਰੋਮ ਅਬਰੋਡ ਜੇ ਨੈਗੇਟਿਵ ਆ ਜਾਂਦਾ ਤਾਂ ਅਸੀਂ ਇਸ ਨੂੰ ਮਾਈਨਸ ਕਰ ਦਈਏ, ਮਾਈਨਸ ਕਰ ਦਿੰਦੇ ਹਾਂ। ਮਾਈਨਸ ਮਤਲਬ ਚਾਹੇ ਨੈਗੇਟਿਵ ਹੋਵੇ ਨੈਟ ਫੈਕਟਰੀ ਇਨਕਮ ਫਰੋਮ ਅਬਰੋਡ, ਚਾਹੇ ਪੋਜ਼ਿਟਿਵ ਹੋਵੇ ਤਾਂ ਅਸੀਂ ਇਸ ਨੂੰ ਮਾਈਨਸ ਕਰਨਾ। ਮਤਲਬ ਜੇ ਨੈਟ ਫੈਕਟਰੀ ਇਨਕਮ ਫਰੋਮ ਅਬਰੋਡ ਮਾਈਨਸ ਹੈ ਤਾਂ ਮਾਈਨਸ ਮਾਈਨਸ ਕੀ ਹੋ ਜਾਏਗਾ, ਪਲੱਸ ਹੋ ਜਾਏਗਾ। ਤਾਂ ਇਸ ਦੇ ਵਿੱਚੋਂ ਅਸੀਂ ਮਾਈਨਸ ਕਰਦੇ ਹਾਂ ਉਹ ਅਸੀਂ ਸਾਡੇ ਕੋਲ ਨੈਟ ਡੋਮੈਸਟਿਕ, ਕਿਉਂਕਿ ਡੋਮੈਸਟਿਕ ਦਾ ਮਤਲਬ ਘਰੇਲੂ, ਤਾਂ ਵਿਦੇਸ਼ਾਂ ਤੋਂ ਜਿਹੜੀ ਸ਼ੁੱਧ ਆਮਦਨ ਹੋ ਰਹੀ ਹੈ ਉਸ ਨੂੰ ਅਸੀਂ ਰਾਸ਼ਟਰੀ ਉਤਪਾਦਨ ਦੇ ਵਿੱਚੋਂ ਮਾਈਨਸ ਕਰਾਂਗੇ, ਸਬਟਰੈਕਟ ਕਰਾਂਗੇ ਤਾਂ ਸਾਡੇ ਕੋਲ ਨੈਟ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਹੈ। ਹੁਣ ਅਸੀਂ ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਕਾਸਟ, ਸ਼ੁੱਧ ਘਰੇਲੂ ਉਤਪਾਦਨ ਸਾਧਨ ਲਾਗਤ ਦੇ ਉੱਤੇ ਇਸ ਨੂੰ ਅਸੀਂ ਡਿਸਕਸ ਕਰਦੇ ਹਾਂ। ਤਾਂ ਸ਼ੁੱਧ ਘਰੇਲੂ ਉਤਪਾਦਨ ਸਾਧਨ ਲਾਗਤ ਤੇ ਇਹ ਬਰਾਬਰ ਹੈ ਕਿ ਕੰਪਨਸੇਸ਼ਨ ਆਫ ਇੰਪਲਾਈਜ਼, ਮਤਲਬ ਕਿ ਅਸੀਂ ਫੈਕਟਰੀ ਦੀ ਗੱਲ ਕਰ ਰਹੇ ਹਾਂ ਤਾਂ ਸਾਧਨ ਜਿਹੜੇ ਕੰਮ ਕਰ ਰਹੇ ਹੈ ਉਹਨਾਂ ਕੰਮ ਕਰਨ ਦੇ ਵਾਲੇ ਜੋ ਵੀ ਵੇਜਿਸ ਦੇ ਵਿੱਚ, ਸੈਲਰੀਜ਼ ਦੇ ਵਿੱਚ ਜਾਂ ਜਿਹੜੀ ਇਨਕਮ ਉਹਨਾਂ ਨੂੰ ਮਿਲ ਰਹੀ ਹੈ ਉਸ ਨੂੰ ਅਸੀਂ ਮਤਲਬ ਕੰਮ ਕਰਨ ਦੇ ਬਦਲੇ ਜੋ ਵੀ ਉਹਨਾਂ ਨੂੰ ਕੰਪਨਸੇਸ਼ਨ ਦਿੱਤੀ ਜਾਂਦੀ ਹੈ ਉਹਨਾਂ ਨੂੰ, ਉਹਨਾਂ ਦੇ ਵਿੱਚ ਆਪਰੇਟਿੰਗ ਸਰਪਲਸ ਨੂੰ ਮੋਟੇ ਤੌਰ ਤੇ ਅਸੀਂ ਪ੍ਰੋਫਿਟ ਕਹਿ ਸਕਦੇ ਹਾਂ। ਜੋ ਵੀ ਉਹਨਾਂ ਨੂੰ ਲਾਭ ਹੋ ਰਿਹਾ ਹੈ ਉਸ ਨੂੰ ਅਸੀਂ ਸ਼ਾਮਿਲ ਕਰ ਲਿਆ। ਅਤੇ ਪਲੱਸ ਮਿਕਸਡ ਇਨਕਮ ਕੀ ਹੁੰਦੀ ਹੈ, ਇਹਨੂੰ ਮਿਸ਼ਰਤ ਆਮਦਨ ਕਹਿੰਦੇ ਹਨ। ਮਿਸ਼ਰਤ ਆਮਦਨ ਦਾ ਮਤਲਬ ਇਹ ਹੈ ਇੱਕ ਐਂਟਰਪ੍ਰੇਨਿਓਰ ਹੈ, ਉਹ ਆਪਣੀ ਪੂੰਜੀ ਵੀ ਨਾਲ ਲਗਾ ਰਿਹਾ ਹੈ ਅਤੇ ਨਾਲ ਕੁਝ ਲੋਨ ਵੀ ਲੈ ਰਿਹਾ ਹੈ, ਤਾਂ ਕੁਝ ਇੰਟਰਸਟ ਦਾ ਪਾਰਟ ਆਪਣੇ ਆਪ ਨੂੰ ਦੇ ਰਿਹਾ ਹੈ ਅਤੇ ਕੁਝ ਇੰਟਰਸਟ ਉਹ ਵਿੱਤੀ ਸੰਸਥਾਵਾਂ ਨੂੰ ਦੇ ਰਿਹਾ ਹੈ। ਤਾਂ ਇਸ ਤਰ੍ਹਾਂ ਜਿਹੜੀ ਇਨਕਮ ਉਸ ਨੂੰ ਪ੍ਰਾਪਤ ਹੋ ਰਹੀ ਹੈ ਜਾਂ ਇਨਕਮ ਦੀ ਪੇਮੈਂਟ ਜੋ ਉਹ ਕਰ ਰਿਹਾ ਹੈ, ਇਸ ਤਰ੍ਹਾਂ ਹੀ ਜੇ ਉਹ ਆਪਣੀ ਕੋਈ ਫੈਕਟਰੀ ਉਸੇ ਲਗਾਈ ਹੈ, ਉਤਪਾਦਨ ਕਰ ਰਿਹਾ ਹੈ, ਉਸ ਉਤਪਾਦਨ ਦੇ ਵਿੱਚ ਉਹ ਆਪਣੇ ਪ੍ਰੋਫਿਟ ਨੂੰ ਵੀ ਰੀਇਨਵੈਸਟ ਕਰੀ ਜਾ ਰਿਹਾ ਹੈ। ਉਹ ਆਪਣੇ ਪ੍ਰੋਫਿਟ ਜਾਂ ਜਿਹੜੀ ਉਹਦੀ ਇਨਕਮ ਹੈ ਉਸ ਦੀ ਇਨਕਮ ਨੂੰ ਵੀ ਰੀਇਨਵੈਸਟ ਕਰੀ ਜਾਂਦਾ ਹੈ ਅਤੇ ਆਪ ਹੀ ਐਜ਼ ਅ ਵਰਕਰ ਵੀ ਕੰਮ ਕਰ ਰਿਹਾ ਹੈ ਅਤੇ ਨਾਲ ਪ੍ਰੋਫਿਟ ਵੀ ਜਿਹੜਾ ਉਸ ਨੂੰ ਮਿਲ ਰਿਹਾ ਹੈ ਉਸ ਨੂੰ ਉਹ ਡਿਸਟਰੀਬਿਊਟ ਨਹੀਂ ਕਰਦਾ, ਅਨਡਿਸਟਰੀਬਿਊਟਡ ਪ੍ਰੋਫਿਟ ਨੂੰ ਉਹ ਰੀਇਨਵੈਸਟ ਕਰੀ ਜਾਂਦਾ ਹੈ। ਮਤਲਬ ਕਿ ਤਰ੍ਹਾਂ ਤਰ੍ਹਾਂ ਦੀ ਜਿਹੜੀ ਇਨਕਮ ਹੈ ਇੰਟਰਸਟ ਦੇ ਰੂਪ ਵਿੱਚ, ਵੇਜਿਸ ਦੇ ਰੂਪ ਵਿੱਚ ਜਾਂ ਪ੍ਰੋਫਿਟ ਦੇ ਰੂਪ ਵਿੱਚ, ਤਾਂ ਉਸ ਇਨਕਮ ਨੂੰ ਜਿਹੜੀ ਉਹਨੂੰ ਇਨਕਮ ਮਿਲ ਰਹੀ ਹੈ ਮਤਲਬ ਕਿ ਸੈਲਫ ਔਨਡ ਰਿਸੋਰਸਿਸ ਤੋਂ ਜਾਂ ਜਿਹੜੇ ਬਾਹਰਲੇ ਸਾਧਨ ਤੋਂ ਮਤਲਬ ਉਹਨੂੰ ਇਨਕਮ ਮਿਲ ਰਹੀ ਹੈ, ਉਸ ਇਨਕਮ ਨੂੰ, ਸਾਧਨਾਂ ਨੂੰ, ਦੀ ਇਨਕਮ ਨੂੰ ਜੋ ਅਸੀਂ ਇਹਦੇ ਵਿੱਚ ਐਡ ਕਰ ਲਾਂਗੇ ਤਾਂ ਬਣ ਜਾਏਗੀ ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਕਾਸਟ। ਜੇ ਅਸੀਂ ਨੈਟ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸਿਸ ਅਤੇ ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਕਾਸਟ ਇਹਨਾਂ ਦਾ ਰਿਲੇਸ਼ਨਸ਼ਿਪ ਅਸੀਂ ਲੈਂਦੇ ਹਾਂ ਤਾਂ ਨੈਟ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸਿਸ ਦੇ ਵਿੱਚੋਂ
ਜੇ ਅਸੀਂ ਨੈਟ ਇੰਡਾਇਰੈਕਟ ਟੈਕਸਿਸ ਸ਼ੁੱਧ ਜਿਹੜੇ ਅਪ੍ਰਤੱਖ ਕਰ ਮਾਈਨਸ ਕਰ ਦਈਏ ਤਾਂ ਬਣਦਾ ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰੀ ਕਾਸਟ। ਇਹ ਜਿਹੜੀ ਨੈਟ ਇੰਡਾਇਰੈਕਟ ਟੈਕਸਿਸ ਨੇ ਇਹ ਕੀ ਹੁੰਦਾ ਹੈ? ਇੰਡਾਇਰੈਕਟ ਟੈਕਸਿਸ ਦੇ ਵਿੱਚੋਂ ਜੇ ਅਸੀਂ ਸਬਸਿਡੀਜ਼ ਮਾਈਨਸ ਕਰਦੇ ਜਦੋਂ ਬਾਜ਼ਾਰ ਵਿੱਚ ਵਸਤੂਆਂ ਵਿਕਣ ਲਈ ਆਉਂਦੇ ਨੇ ਫੈਕਟਰੀ ਕੋਸਟ ਤੇ ਅਸੀਂ ਵਸਤੂਆਂ ਦਾ ਉਤਪਾਦਨ ਕਰ ਲਿਆ ਫੈਕਟਰੀ ਲੈਵਲ ਦੇ ਉੱਤੇ, ਜਦੋਂ ਬਾਜ਼ਾਰ 'ਚ ਵਿਕਣ ਲਈ ਆਉਂਦੇ ਨੇ ਤਾਂ ਇੰਡਾਇਰੈਕਟ ਟੈਕਸਿਸ ਐਡ ਹੋ ਕੇ ਬਾਜ਼ਾਰ ਦੇ ਵਿੱਚ ਕੀਮਤਾਂ ਜਿਹੜੀ ਵੱਧ ਜਾਂਦੀ ਹੈ। ਲੇਕਿਨ ਫੈਕਟਰੀ ਲੈਵਲ ਤੇ ਜਾਂ ਪ੍ਰੋਡਕਸ਼ਨ ਲੈਵਲ ਤੇ ਜਿਹੜੀ ਗੌਰਮੈਂਟ ਹੈ ਪ੍ਰੋਡਿਊਸਰ ਨੂੰ ਕਈ ਤਰ੍ਹਾਂ ਦੀਆਂ ਰਿਆਇਤਾਂ ਕਈ ਤਰ੍ਹਾਂ ਦੀਆਂ ਸਬਸਿਡੀਜ਼ ਪ੍ਰੋਵਾਈਡ ਕਰਦੀ ਹੈ। ਤਾਂ ਸਬਸਿਡੀਜ਼ ਜਿੰਨੀ ਸਬਸਿਡੀਜ਼ ਗੌਰਮੈਂਟ ਪ੍ਰੋਡਿਊਸਰ ਨੂੰ ਸਪਲਾਈ ਕਰਦੀ ਹੈ ਜਾਂ ਪ੍ਰੋਵਾਈਡ ਕਰਦੀ ਹੈ ਉਨੀ ਕੀਮਤ ਜਿਹੜੀ ਹੈ ਬਾਜ਼ਾਰ ਪ੍ਰੋਡਿਊਸਰ ਪ੍ਰੋਡਕਸ਼ਨ ਲੈਵਲ ਤੇ ਕੀ ਹੁੰਦੀ ਹੈ? ਘੱਟ ਹੁੰਦੀ ਹੈ। ਤਾਂ ਇੰਡਾਇਰੈਕਟ ਟੈਕਸਿਸ ਅਤੇ ਜੋ ਇੰਡਾਇਰੈਕਟ ਟੈਕਸਿਸ ਲੱਗਦੇ ਨੇ ਮਾਰਕੀਟ 'ਚ ਅਤੇ ਜੋ ਸਬਸਿਡੀਜ਼ ਫੈਕਟਰੀ ਕੋਸਟ ਤੇ ਜਾਂ ਪ੍ਰੋਡਕਸ਼ਨ ਲੈਵਲ ਤੇ ਜਿਹੜੀ ਪ੍ਰੋਵਾਈਡ ਹੁੰਦੀ ਹੈ ਇਹਨਾਂ ਦੋਨਾਂ ਦਾ ਡਿਫਰੈਂਸ ਜੋ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਨੈਟ ਇੰਡਾਇਰੈਕਟ ਟੈਕਸਿਸ। ਇਹ ਪਲੱਸ ਵੀ ਹੋ ਸਕਦਾ ਹੈ ਮਾਈਨਸ ਵੀ ਹੋ ਸਕਦਾ ਹੈ। ਤਾਂ ਇਸ ਨੈਟ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸਿੰਗ ਦੇ ਵਿੱਚ ਨੈਟ ਇੰਡਾਇਰੈਕਟ ਟੈਕਸਿਸ ਜੇ ਅਸੀਂ ਮਾਈਨਸ ਕਰ ਦਿੰਦੇ ਹਾਂ ਤਾਂ ਬਣ ਜਾਂਦਾ ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰੀ ਕੋਸਟ। ਹੁਣ gross domestic product at factory cost, gross domestic product at factory cost ਦੇ ਵਿੱਚ GDP at market prices ਦੇ ਵਿੱਚੋਂ net indirect taxes NIT means net indirect taxes ਅਸੀਂ ਮਾਈਨਸ ਕਰ ਦਈਏ। GDP at market prices ਦੇ ਵਿੱਚੋਂ indirect taxes ਅਸੀਂ ਮਾਈਨਸ ਕਰ ਦਈਏ ਅਤੇ ਸਬਸਿਡੀਜ਼ ਅਸੀਂ ਐਡ ਕਰ ਦਈਏ ਤਾਂ ਇਹ ਸਾਡੇ ਕੋਲ ਰਿਲੇਸ਼ਨਸ਼ਿਪ GDP at factory cost ਅਤੇ GDP at market prices। ਜਾਂ ਅਸੀਂ ਨੀਚੇ ਇਸ ਨੂੰ ਕਹਿ ਸਕਦੇ ਹਾਂ the GDP at factory cost GDP at factory cost is equal to net domestic product at factory cost। ਨੈਟ ਅਤੇ ਗ੍ਰੋਸ ਦੇ ਵਿੱਚ ਫਰਕ ਹੁੰਦਾ ਡੈਪਰੀਸ਼ੀਏਸ਼ਨ ਦਾ। ਜੇ ਗ੍ਰੋਸ ਦੇ ਵਿੱਚੋਂ ਡੈਪਰੀਸ਼ੀਏਸ਼ਨ ਅਸੀਂ ਮਾਈਨਸ ਕਰ ਦਈਏ ਤਾਂ ਨੈਟ ਬਣ ਜਾਏਗਾ, ਜੇ ਨੈਟ ਦੇ ਵਿੱਚ ਅਸੀਂ ਡੈਪਰੀਸ਼ੀਏਸ਼ਨ ਐਡ ਕਰ ਦਈਏ ਤਾਂ ਬਣ ਜਾਏਗਾ ਗ੍ਰੋਸ ਬਣ ਜਾਏਗਾ। ਹੁਣ ਨੈਟ ਡੋਮੈਸਟਿਕ ਪ੍ਰੋਡਕਟ ਅਸੀਂ ਪਿੱਛੇ ਕੀਤਾ ਐਟ ਫੈਕਟਰੀ ਕੋਸਟ ਜਾਂ ਜਿਹੜਾ ਫੈਕਟਰੀ ਕੋਸਟ ਦੇ ਵਿੱਚ ਕੰਪਨਸੇਸ਼ਨ ਆਫ ਇੰਪਲਾਈਜ਼ ਹੈ, ਆਪਰੇਟਿੰਗ ਸਰਪਲਸ ਹੈ ਪਲੱਸ ਮਿਕਸਡ ਇਨਕਮ, ਇਹਨਾਂ ਨੂੰ ਅਸੀਂ ਐਡ ਕਰਨਾ। ਤਾਂ ਹੁਣ gross national product at factory cost, gross national product at factory cost ਕੀ ਹੈ? GDP at factory cost plus net factory income from abroad। ਡੋਮੈਸਟਿਕ ਅਤੇ ਨੈਸ਼ਨਲ ਦੇ ਵਿੱਚ ਇਹੀ ਡਿਫਰੈਂਸ ਹੈ ਨੈਟ ਫੈਕਟਰੀ ਇਨਕਮ ਫਰੋਮ ਅਬਰੋਡ। ਜੇ ਡੋਮੈਸਟਿਕ ਦੇ ਵਿੱਚ ਨੈਟ ਫੈਕਟਰੀ ਇਨਕਮ ਫਰੋਮ ਅਬਰੋਡ ਐਡ ਕਰ ਦਿੰਦੇ ਤਾਂ ਨੈਸ਼ਨਲ ਬਣ ਜਾਏਗਾ, ਜੇ ਨੈਸ਼ਨਲ ਦੇ ਵਿੱਚੋਂ ਨੈਟ ਫੈਕਟਰੀ ਇਨਕਮ ਫਰੋਮ ਅਬਰੋਡ ਮਾਈਨਸ ਕਰ ਦਿੰਦੇ ਆ ਤਾਂ ਉਹ ਡੋਮੈਸਟਿਕ ਬਣ ਜਾਏਗਾ। ਤਾਂ ਜੇ GNP ਐਟ ਫੈਕਟਰੀ ਕੋਸਟ ਅਤੇ GDP ਐਟ ਮਾਰਕੀਟ ਪ੍ਰਾਈਸਿਸ ਦਾ ਰਿਲੇਸ਼ਨਸ਼ਿਪ ਲੈਣਾ ਤਾਂ GDP ਐਟ ਮਾਰਕੀਟ ਪ੍ਰਾਈਸ ਦੇ ਵਿੱਚੋਂ ਇੰਡਾਇਰੈਕਟ ਟੈਕਸਿਸ ਮਾਈਨਸ ਕਰਕੇ ਸਬਸਿਡੀਜ਼ ਅਸੀਂ ਐਡ ਕਰ ਦਿੰਦੇ ਹਾਂ ਤਾਂ ਇਹ ਬਣ ਜਾਂਦਾ GNP ਐਟ ਫੈਕਟਰੀ ਕੋਸਟ। ਹੁਣ ਜਿਹੜਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਬੇਸਿਕ ਪ੍ਰਾਈਸਿਸ GDP ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ GDP ਉੱਪਰ ਡੈਫੀਨੇਸ਼ਨ ਦਿੱਤੀ ਹੈ। ਇਹ ਜਿੰਨੀਆਂ ਵੀ ਵਸਤੂਆਂ ਅੰਤਿਮ ਵਸਤੂਆਂ ਅਸੀਂ ਅਤੇ ਸੇਵਾਵਾਂ ਇੱਕ ਦੇਸ਼ ਦੀ ਸੀਮਾ ਦੇ ਅੰਦਰ ਪੈਦਾ ਕਰਦੇ ਹਾਂ ਉਸ ਦੇ ਮੌਦਰਿਕ ਮੁੱਲ ਦੇ ਜੋੜ ਨੂੰ ਅਸੀਂ GDP ਕਹਿੰਦੇ ਹਾਂ। ਇਸ ਦੇ ਵਿੱਚੋਂ ਅਸੀਂ ਇੰਡਾਇਰੈਕਟ ਟੈਕਸਿਸ ਅਸੀਂ ਮਾਈਨਸ ਕਰ ਦਿੰਦੇ ਹਾਂ ਅਤੇ ਜਿਹੜੀਆਂ ਸਬਸਿਡੀਜ਼ ਔਨ ਇੰਪੋਰਟ ਜਿਹੜਾ ਅਸੀਂ ਇੰਪੋਰਟ ਕਰਦੇ ਹਾਂ ਉਸ ਤੇ ਜਿਹੜੀ ਸਬਸਿਡੀਜ਼ ਹੈ ਉਸ ਨੂੰ ਵੀ ਮਾਈਨਸ ਕਰਦੇ ਹਾਂ ਤਾਂ ਇਹ ਤਾਂ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਬੇਸਿਕ ਪ੍ਰਾਈਸਿਸ। ਤਾਂ ਹੁਣ ਜੇ ਅਸੀਂ ਮੋਟੇ ਤੌਰ ਤੇ ਜੋ ਅਸੀਂ ਪਿੱਛੇ ਕਨਸੈਪਟਸ ਨੂੰ ਕੀਤਾ ਹੈ ਉਹਦੇ ਵਿੱਚ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਹੈ ਕਿ ਕਈ ਜਗ੍ਹਾ ਤੇ ਗ੍ਰੋਸ ਲਿਖਿਆ ਹੋਇਆ ਹੈ ਕਈ ਜਗ੍ਹਾ ਤੇ ਨੈਟ। ਗ੍ਰੋਸ ਦਾ ਮਤਲਬ ਹੁੰਦਾ ਕੁੱਲ, ਨੈਟ ਦਾ ਮਤਲਬ ਹੁੰਦਾ ਸ਼ੁੱਧ। ਵੀ ਗ੍ਰੋਸ ਅਤੇ ਨੈਟ 'ਚ ਕੀ ਫਰਕ ਹੈ?
जिथे भी चाहे ग्रोथ डोमैस्टिक है, चाहे ग्रोथ नैशनल है, चाहे कुछ भी है, तो उन्होंने जो अंतर है वो सिर्फ डेप्रीसीएशन है। जे ग्रोथ के विचों डेप्रीसीएशन असीं माइनस कर देंगे तो नैट बन जाता, जे नैट के विचों डेप्रीसीएशन ऐड कर देंगे तो की बन जाता है, ग्रोथ बन जाता। इस डिफरेंस को, इस रिलेशनशिप को जे समझ आ गया तो थानू ग्रोथ और नैट के विच कोई कन्फ्यूजन नहीं होगी। तो डेप्रीसीएशन द्वारा डेप्रीसीएशन के हिसाब इसमें की होंगी है कि जी कंजम्पशन ऑफ फिक्स कैपिटल है, मतलब जी स्थिर पूंजी है, स्थिर पूंजी मतलब उदाहरण तौर पर जी मशीनां ने, मशीनां की जो एक साल के घिसाई होंगी है, जिसके घिसाई किमें असीं वही करांगे, उसका मुल जिन्ना घट गया एक साल के अंदर या एक निश्चित समय के अंदर, उस मुल नूं असीं जो भी टोटल वैल्यू है उस वैल्यू के विचों उस मुल नूं असीं माइनस करें। तो जे असीं नैशनल और डोमैसटिक ਦੇ ਵਿੱਚ ਅੰਤਰ ਲੈਣਾ ਹੋਵੇ ਤਾਂ ਉਹ ਕਿਸ ਤਰ੍ਹਾਂ ਲਵਾਂਗੇ, ਨੈਟ ਅਤੇ ਡੋਮੈਸਟਿਕ, ਨੈਸ਼ਨਲ ਅਤੇ ਡੋਮੈਸਟਿਕ ਦੇ ਵਿੱਚ। ਤਾਂ ਉਹ ਡਿਫਰੈਂਸ ਹੈ ਜਿਹੜਾ ਉਹ ਹੈ ਨੈਟ ਫੈਕਟਰੀ ਇਨਕਮ ਫਰੋਮ ਅਬਰੋਡ। ਤਾਂ ਨੈਟ ਫੈਕਟਰੀ ਇਨਕਮ ਫਰੋਮ ਅਬਰੋਡ ਇਹ ਕੀ ਹੈ, ਨੈਟ ਫੈਕਟਰ NFP, that is net factor payment कह लो, for the net factor income कह लो from abroad। एक ही है factor payment from abroad by normal residents and factor payment to non-residents within the domestic territory of the country। ये दोनों का डिफरेंस ਜਿਹੜਾ ਹੈ ਇਹ ਨੈਟ ਫੈਕਟਰ ਪੇਮੈਂਟ ਹੈ, ਅਤੇ ਨੈਸ਼ਨਲ ਦੇ ਡੋਮੈਸਟਿਕ ਦੇ ਵਿੱਚ ਅਸੀਂ ਇਹ ਨੈਟ ਫੈਕਟਰ ਪੇਮੈਂਟ ਐਡ ਕਰ ਦਾਂਗੇ ਤਾਂ ਨੈਸ਼ਨਲ ਬਣ ਜਾਏਗਾ। ਜੇ ਨੈਸ਼ਨਲ ਦੇ ਵਿੱਚੋਂ ਇਹ ਪੇਮੈਂਟ ਅਸੀਂ ਮਾਈਨਸ ਕਰ ਦਾਂਗੇ ਤਾਂ ਸਾਡੇ ਕੋਲ ਡੋਮੈਸਟਿਕ ਆ ਜਾਏਗਾ। ਤਾਂ ਇਸ ਤਰ੍ਹਾਂ ਹੀ ਜਿਹੜਾ ਡਿਫਰੈਂਸ ਹੈ ਉਹ ਮਾਰਕੀਟ ਪ੍ਰਾਈਸਿਸ ਅਤੇ ਫੈਕਟਰ ਕੋਸਟ ਦੇ ਵਿੱਚ ਹੈ। ਤਾਂ ਮਾਰਕੀਟ ਪ੍ਰਾਈਸਿਸ ਅਤੇ ਫੈਕਟਰ ਕੋਸਟ ਦਾ ਕੀ ਹੈ, ਇਹਦੇ ਵਿੱਚ ਜਿਹੜਾ ਡਿਫਰੈਂਸ ਹੈ ਉਹ ਨੈਟ ਇੰਡੀਅਰ ਟੈਕਸਿਸ ਹੈ। ਤਾਂ ਨੈਟ ਇੰਡੀਅਰ ਟੈਕਸਿਸ ਬੇਸਿਕਲੀ ਕੀ ਹੈ ਕਿ ਇੰਡੀਅਰ ਟੈਕਸਿਸ ਦੇ ਵਿੱਚੋਂ ਜੇ ਅਸੀਂ ਸਬਸਿਡੀਜ਼ ਮਾਈਨਸ ਕਰਦੇ ਹਾਂ ਤਾਂ ਇਹ ਨੈਟ ਇੰਡੀਅਰ ਟੈਕਸਿਸ ਹੈ। ਤਾਂ ਇੰਡੀਅਨ ਟੈਕਸਿਸ ਦੀ ਜੇ ਵੈਲਿਊ ਜ਼ਿਆਦਾ ਹੈ ਜਾਂ ਅਮਾਊਂਟ ਜ਼ਿਆਦਾ ਸਬਸਿਡੀਜ਼ ਨਾਲੋਂ ਤਾਂ ਇਹ ਨੈਟ ਇੰਡੀਅਨ ਟੈਕਸਿਸ ਕੀ ਹੈ, ਪਲੱਸ ਹੋ ਜਾਣਗੇ। ਜੇ ਸਬਸਿਡੀਜ਼ ਦੀ ਵੈਲਿਊ ਇੰਡੀਅਨ ਟੈਕਸਿਸ ਨਾਲੋਂ ਜ਼ਿਆਦਾ ਤਾਂ ਨੈਟ ਇੰਡੀਅਨ ਟੈਕਸਿਸ ਕੀ ਹੋ ਜਾਣਗੇ, ਮਾਈਨਸ ਹੋ ਜਾਣਗੇ। ਤਾਂ ਫੈਕਟਰ ਕੋਸਟ ਦੇ ਵਿੱਚ ਅਸੀਂ ਨੈਟ ਇੰਡੀਅਨ ਟੈਕਸਿਸ ਐਡ ਕਰਦੇ ਹਾਂ ਜੇ ਅਸੀਂ ਮਾਰਕੀਟ ਪ੍ਰਾਈਸ ਲੈਣੀ ਹੈ, ਅਤੇ ਜੇ ਫੈਕਟਰ ਕੋਸਟ ਲੈਣਾ ਤਾਂ ਨੈਟ ਇੰਡੀਅਨ ਟੈਕਸਿਸ ਅਸੀਂ ਕੀ ਕਰਦੇ ਹਾਂ, ਮਾਰਕੀਟ ਪ੍ਰਾਈਸਿਸ ਤੋਂ ਮਾਈਨਸ ਕਰਦੇ ਹਾਂ। ਹੁਣ ਇਹ ਸਾਰੇ ਕਨਸੈਪਟ ਅਸੀਂ ਸਟੱਡੀ ਕੀਤੇ ਹਨ, ਤਾਂ ਹੁਣ ਅੰਤਿਮ ਦੇ ਵਿੱਚ ਸਾਡੇ ਲਈ ਇਹ ਬੜਾ ਕਨਫਿਊਜ਼ਨ ਦਾ ਮੁੱਦਾ ਹੁੰਦਾ ਹੈ ਸਟੂਡੈਂਟਸ ਦੇ ਲਈ ਸਪੈਸ਼ਲੀ, ਕਿ ਇਹਨਾਂ ਵਿੱਚੋਂ ਨੈਸ਼ਨਲ ਇਨਕਮ ਕੀ ਹੈ। ਆਮ ਤੌਰ 'ਤੇ ਅਸੀਂ ਸਾਨੂੰ ਕੋਈ ਮਤਲਬ ਨਹੀਂ ਹੁੰਦਾ GDP GNP। ਜੇ ਅਸੀਂ ਇੱਕ ਲੇਮੈਨ ਨੂੰ ਦੱਸਣਾ ਹੋਵੇ, ਇੱਕ ਆਮ ਬੰਦੇ ਨੂੰ ਦੱਸਣਾ ਹੋਵੇ ਕਿ ਇਹਨਾਂ ਵਿੱਚੋਂ ਨੈਸ਼ਨਲ ਇਨਕਮ ਕੀ ਹੈ, ਤਾਂ ਨੈਸ਼ਨਲ ਇਨਕਮ ਨਾ GDP ਹੈ, ਨਾ NNP ਮਾਰਕੀਟ ਪ੍ਰਾਈਸਿਸ 'ਤੇ ਹੈ, ਨਾ NDP ਹੈ ਐਟ ਫੈਕਟਰੀ ਕੋਸਟ, ਨਾ ਹੀ NNP ਹੈ ਐਟ ਮਾਰਕੀਟ ਪ੍ਰਾਈਸ। ਤਾਂ ਜਿਹੜੀ NNP ਐਟ ਫੈਕਟਰੀ ਕੋਸਟ ਹੈ, NNP ਐਟ ਫੈਕਟਰੀ ਕੋਸਟ ਵਿੱਚ ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰੀ ਕੋਸਟ, ਮਤਲਬ ਸਾਧਨ ਲਾਗਤ 'ਤੇ ਜਿਹੜਾ शुद्ध राष्ट्रीय उत्पादन का मुल है उसमें असी राष्ट्रीय आमदन या नैशनल इनकम कहते हैं। तो नैशनल इनकम हमेशा ही नेट NNP एट फैक्टरी कोस्ट, मतलब शुद्ध राष्ट्रीय उत्पादन साधन लागत है जो भी वैल्यू आ जाएगी उसमें असी नैशनल इनकम कहते हैं। जी इनकम है वो हमेशा प्रोडक्शन के बराबर होगी। प्रोडक्शन ਨੂੰ ਪ੍ਰਾਈਸ ਨਾਲ ਮਲਟੀਪਲਾਈ ਕਰਦੇ, ਪ੍ਰਾਈਸ ਨਾਲ ਮਲਟੀਪਲਾਈ ਕਰਕੇ ਇਨਕਮ ਆ ਗਈ, ਅਤੇ ਜਿਹੜੀ ਇਨਕਮ ਹੈ ਉਹ ਐਕਸਪੈਂਡੀਚਰ ਦੇ ਬਰਾਬਰ ਹੈ। ਇਹ ਅਸੀਂ ਨੈਕਸਟ ਲੈਕਚਰ 'ਚ ਸਟੱਡੀ ਕਰਾਂਗੇ। ਹੁਣ ਕਨਸੈਪਟ ਜਿਹੜਾ ਹੈਗਾ ਉਹ ਹੈਗਾ ਪ੍ਰਾਈਵੇਟ ਜਾਂ ਜਿਹਨੂੰ ਅਸੀਂ ਨਿੱਜੀ ਆਮਦਨ। ਨਿੱਜੀ ਆਮਦਨ 'ਚ ਕੀ ਅਸੀਂ ਕਿਹੜੇ ਕਨਸੈਪਟ ਨੂੰ ਅਸੀਂ ਐਡ ਕਰਦੇ ਹਾਂ, ਕਿਸ ਨੂੰ ਅਸੀਂ ਮਾਈਨਸ ਕਰਦੇ ਹਾਂ।
ਤਾਂ ਨਿੱਜੀ ਆਮਦਨ ਦੇ ਵਿੱਚ ਅਸੀਂ ਐਨਡੀਪੀ ਐਟ ਫੈਕਟਰੀ ਕੋਸਟ ਐਕਿੰਗ ਟੂ ਪ੍ਰਾਈਵੇਟ ਸੈਕਟਰ ਨਿੱਜੀ ਖੇਤਰ ਤੋਂ ਸ਼ੁੱਧ ਘਰੇਲੂ ਉਤਪਾਦਨ ਦਾ ਜਿਹੜੇ ਸਾਧਨ ਲਗੇ ਜਿਹੜਾ ਨਿੱਜੀ ਖੇਤਰ ਨੂੰ ਜਾਣਾ ਹੈ, ਜਿਹੜਾ ਗਵਰਨਮੈਂਟ ਸੈਕਟਰ ਨੂੰ ਜਾਣਾ ਉਹ ਨਹੀਂ, ਜਿਹੜਾ ਨਿੱਜੀ ਖੇਤਰ ਨੂੰ ਜਾਣਾ ਉਹ ਪਲੱਸ ਨੈਟ ਫੈਕਟਰ ਇਨਕਮ ਫਰੋਮ ਅਬਰੋਡ plus net transfer payments from the government. Net transfer payments from the government. Net transfer payments means ਜਿਹੜੀ subsidies ਵਗੈਰਾ government ਨੇ pay ਕੀਤੀਆਂ ਅਤੇ ਹੁਣ net ਇਸ ਕਰਕੇ ਕਿਉਂ ਨਹੀਂ ਹੈ ਕਿ ਮੰਨ ਲਓ ਕੁਝ ਜਿਹੜੀ ਪੇਮੈਂਟ ਹੈ ਉਹ ਪ੍ਰਾਈਵੇਟ ਸੈਕਟਰ ਤੋਂ ਗਵਰਨਮੈਂਟ ਕੋਲ ਵੀ ਗਈ ਹੋਏਗੀ ਤਾਂ ਉਸ ਨੂੰ ਅਸੀਂ ਐਡ ਨਹੀਂ ਕਰਨਾ। ਅਸੀਂ ਜਿਹੜੀ ਉਹਨਾਂ ਦੋਨਾਂ ਦਾ ਡਿਫਰੈਂਸ ਲੈਣਾ ਕਿ ਗਵਰਨਮੈਂਟ ਕੋਲੋਂ ਪ੍ਰਾਈਵੇਟ ਸੈਕਟਰ ਨੂੰ ਕੀ ਆਇਆ ਅਤੇ ਪ੍ਰਾਈਵੇਟ ਸੈਕਟਰ ਵੱਲੋਂ ਗਵਰਨਮੈਂਟ ਕੋਲ ਕੀ ਗਿਆ, ਉਹਨਾਂ ਦੋਨਾਂ ਦਾ ਡਿਫਰੈਂਸ। ਇਸੇ ਤਰ੍ਹਾਂ ਨੈਟ ਕਰੰਟ ਟ੍ਰਾਂਸਫਰ ਪੇਮੈਂਟਸ ਫਰੋਮ ਰੈਸਟ ਆਫ ਦਾ ਵਰਲਡ, ਮਤਲਬ ਦੂਸਰੇ ਦੇਸ਼ਾਂ ਤੋਂ ਜੋ ਵੀ ਕਰੰਟ ਟ੍ਰਾਂਸਫਰ ਪੇਮੈਂਟਸ ਹੋਈ ਹੈ, ਮਤਲਬ ਕਿ ਜੋ ਵੀ ਲੈਣ ਦੇਣ ਹੋਇਆ, ਜੇ ਤੁਸੀਂ ਲੈਣਾ ਜ਼ਿਆਦਾ ਹੈ ਅਤੇ ਦੇਣਾ ਘੱਟ ਹੈ ਤਾਂ ਐਡ ਹੋ ਜਾਏਗਾ, ਜੇ ਦੇਣਾ ਜ਼ਿਆਦਾ ਹੈ ਪੇਮੈਂਟ ਅਤੇ ਲੈਣੀ ਘੱਟ ਹੈ ਤਾਂ ਇਹ ਕੀ ਹੋ ਜਾਏਗੀ, ਮਾਈਨਸ ਹੋ ਜਾਏਗੀ। ਤਾਂ that is a transfer payment ਕੀ ਹੁੰਦੀ ਹੈ, transfer payment ਹੁੰਦੀ ਹੈ the income which we receive but we don't earn, ਉਹ ਆਮਦਨ ਜਿਹੜੀ ਸਾਨੂੰ ਪ੍ਰਾਪਤ ਹੁੰਦੀ ਹੈ ਪਰ ਉਸ ਦੇ ਬਦਲੇ ਅਸੀਂ ਕੁਝ ਭੁਗਤਾਨ ਕੁਝ ਨਹੀਂ ਦਿੰਦੇ, ਜਿਸ ਤਰ੍ਹਾਂ ਸਬਸਿਡੀਜ਼ ਹੈ, ਗਵਰਨਮੈਂਟ ਵੱਲੋਂ ਸਬਸਿਡੀਜ਼ ਮਿਲ ਰਹੀ ਹੈ, ਉਹਨਾਂ ਸਬਸਿਡੀ ਦੇ ਬਦਲੇ ਅਸੀਂ ਗਵਰਨਮੈਂਟ ਨੂੰ ਕੁਝ ਪ੍ਰੋਵਾਈਡ ਨਹੀਂ ਕਰਦੇ। ਤਾਂ ਇਸ ਤਰ੍ਹਾਂ ਹੀ ਇੰਟਰਸਟ ਔਨ ਨੈਸ਼ਨਲ ਡੈਟ, ਜੋ ਰਾਸ਼ਟਰੀ ਕਰਜ਼ਾ ਹੈ ਉਸ 'ਤੇ ਜੋ ਇੰਟਰਸਟ ਸਾਨੂੰ ਪ੍ਰਾਪਤ ਹੋਇਆ ਉਸ ਨੂੰ ਅਸੀਂ ਪ੍ਰਾਈਵੇਟ ਇਨਕਮ ਦੇ ਵਿੱਚ ਕੀ ਕਰਾਂਗੇ। ਤਾਂ ਇਹ ਪ੍ਰਾਈਵੇਟ ਇਨਕਮ ਜਾਂ ਨਿੱਜੀ ਆਮਦਨ। ਜੇ ਪਰਸਨਲ ਇਨਕਮ ਲਈਏ ਤਾਂ ਪ੍ਰਾਈਵੇਟ ਆਮਦਨ ਜਿਹੜੀ ਹੈ ਉਹ ਇੱਕ ਫਰਮ ਨੂੰ ਜਿਹੜੀ ਪ੍ਰਾਪਤ ਹੋਈ ਹੈ ਜਾਂ ਉਸ ਦੇ ਵਿੱਚੋਂ ਜੋ ਇਨਕਮ ਦੇ ਵਿੱਚੋਂ ਜੋ ਸਰਕਾਰ ਨੂੰ ਉਹਨਾਂ ਨੇ ਟੈਕਸ ਦਿੱਤੇ, ਨਿਗਮ ਕਰ ਜਿਸ ਨੂੰ ਅਸੀਂ ਕਹਿੰਦੇ, ਉਸ ਨਿਗਮ ਕਰ ਨੂੰ ਅਸੀਂ ਕੀ ਕਰਾਂਗੇ, ਮਾਈਨਸ ਕਰਨਾ ਅਤੇ ਉਹ ਪ੍ਰੋਫਿਟ ਵੀ ਅਸੀਂ ਮਾਈਨਸ ਕਰਾਂਗੇ ਜਿਹੜਾ ਵਰਕਰਸ ਦੇ ਵਿੱਚ ਉਹਨਾਂ ਨੇ ਡਿਸਟ੍ਰੀਬਿਊਟ ਨਹੀਂ ਕੀਤਾ, ਅਨਡਿਸਟ੍ਰੀਬਿਊਟਡ ਪ੍ਰੋਫਿਟਸ, ਅਤੇ ਕੁਝ ਟ੍ਰਾਂਸਫਰ ਪੇਮੈਂਟਸ ਅਸੀਂ ਐਡ ਕਰਨਾ। ਟ੍ਰਾਂਸਫਰ ਪੇਮੈਂਟਸ ਮੈਂ ਹੁਣੀ ਦੱਸ ਕੇ ਚੁੱਕਿਆ ਕਿ ਜਿਹੜੀ ਆਮਦਨ ਉਹਨਾਂ ਨੂੰ ਸਬਸਿਡੀ ਦੇ ਰੂਪ ਵਿੱਚ ਪ੍ਰਾਈਵੇਟ ਇੰਡੀਵਿਜੂਅਲਸ ਨੂੰ ਪ੍ਰਾਪਤ ਹੋਈ ਹੈ, ਜਾਂ ਇਹ ਟ੍ਰਾਂਸਫਰ ਪੇਮੈਂਟਸ ਨੂੰ ਅਸੀਂ ਪਰਸਨਲ ਇਨਕਮ ਦੇ ਵਿੱਚ ਇਸ ਤਰ੍ਹਾਂ ਲੈ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਇਹਦੀ ਐਗਜ਼ਾਮਪਲ ਸਕੋਲਰਸ਼ਿਪ ਹੈ, ਅਨਐਮਪਲੋਇਮੈਂਟ ਅਲਾਊਂਸਿਸ, ਜਿਹੜਾ ਬੇਰੁਜ਼ਗਾਰ ਵਿਅਕਤੀ ਹੈ ਉਸ ਨੂੰ ਸਰਕਾਰ ਵੱਲੋਂ ਜੇ ਕੁਝ ਆਮਦਨ ਪ੍ਰਾਪਤ ਹੋ ਰਹੀ ਹੈ, ਕੁਝ ਪੇਮੈਂਟ ਹੋ ਰਹੀ ਹੈ ਤਾਂ ਉਸ ਦੇ ਬਦਲੇ ਅਨਐਮਪਲੋਇਡ ਯੂਥ ਕੋਈ ਕੰਮ ਨਹੀਂ ਕਰਦਾ। ਇਸ ਤਰ੍ਹਾਂ ਹੀ ਇੱਕ ਸਟੂਡੈਂਟ ਨੂੰ ਜੇ ਕੋਈ ਸਕੋਲਰਸ਼ਿਪ ਮਿਲ ਰਿਹਾ ਹੈ ਜਾਂ ਓਲਡ ਏਜ ਪੈਨਸ਼ਨ, ਜੇ ਕੋਈ ਬੁਢਾਪਾ ਪੈਨਸ਼ਨ ਕਿਸੇ ਨੂੰ ਮਿਲ ਰਹੀ ਹੈ ਤਾਂ ਉਸ ਦੇ ਬਦਲੇ ਉਹ ਵਿਅਕਤੀ ਕੰਮ ਨਹੀਂ ਕਰ ਰਿਹਾ, ਉਹਨੂੰ ਪੇਮੈਂਟ ਹੋ ਰਹੀ ਹੈ, ਤਾਂ ਉਹ ਪੇਮੈਂਟ ਜਿਹੜੀ ਪਰਸਨਲ ਤਾਂ ਹੈਗੀ ਹੈ ਬਟ ਪ੍ਰਾਈਵੇਟ ਇਨਕਮ ਦੇ ਵਿੱਚ ਉਸ ਨੂੰ ਅਸੀਂ ਨੈਟ ਦੇ ਵਿੱਚ ਅਸੀਂ ਸ਼ਾਮਿਲ ਕੀਤਾ ਹੈ। ਤਾਂ ਇਸ ਇਨਕਮ ਨੂੰ ਅਸੀਂ ਪਰਸਨਲ ਇਨਕਮ ਦੇ ਵਿੱਚ ਕੀ ਕਰਾਂਗੇ, ਸ਼ਾਮਿਲ ਕਰਾਂਗੇ। ਤਾਂ ਪ੍ਰਾਈਵੇਟ ਇਨਕਮ ਦੇ ਵਿੱਚੋਂ ਕਾਰਪੋਰੇਸ਼ਨ ਟੈਕਸ ਅਸੀਂ ਮਾਈਨਸ ਕਰਤਾ, ਅਨਡਿਸਟ੍ਰੀਬਿਊਟਡ ਪ੍ਰੋਫਿਟ ਅਸੀਂ ਮਾਈਨਸ ਕਰਤਾ ਅਤੇ ਟ੍ਰਾਂਸਪੋਰਟ ਪੇਮੈਂਟਸ ਅਸੀਂ ਕੀ ਕਰਦੇ, ਐਡ ਕਰਦੇ। ਤਾਂ ਜੋ ਬਣ ਗਿਆ ਇਸ ਨੂੰ ਅਸੀਂ ਵਿਅਕਤੀਗਤ ਆਮਦਨ ਕਹਿੰਦੇ ਹਾਂ। ਤਾਂ ਹੁਣ ਹੈ ਪਰਸਨਲ ਡਿਸਪੋਜ਼ੇਬਲ ਇਨਕਮ ਜਾਂ ਡਿਸਪੋਜ਼ੇਬਲ। ਇੱਕ ਵਿਅਕਤੀ ਨੂੰ ਜਿਹੜੀ ਇਨਕਮ ਮਿਲੀ ਹੈ ਉਹ ਸਾਰੀ ਇਨਕਮ ਨੂੰ ਖਰਚ ਨਹੀਂ ਕਰ ਸਕਦਾ। ਜੇ ਮੰਨ ਲਓ ਇੱਕ ਵਿਅਕਤੀ ਨੂੰ 1 ਲੱਖ ਰੁਪਏ ਇਨਕਮ ਮਿਲ ਰਹੀ ਹੈ ਸਾਲ ਵਿੱਚ, ਤਾਂ ਜੇ ਅਸੀਂ ਉਸਨੂੰ ਪੁੱਛੀਏ ਵੀ ਤੇਰੀ ਸੈਲਰੀ ਕਿੰਨੀ ਹੈ, 1 ਲੱਖ ਰੁਪਏ, ਜੇ ਅਸੀਂ ਉਸਨੂੰ ਪੁੱਛੀਏ ਵੀ ਨੈਟ ਕਿੰਨੀ ਮਿਲਦੀ ਹੈ, ਨੈਟ ਦਾ ਮਤਲਬ ਟੈਕਸ ਕੱਟ ਕਟਾ ਕੇ, ਆਮ ਤੌਰ 'ਤੇ ਅਸੀਂ ਦੇਸੀ ਭਾਸ਼ਾ 'ਚ ਕੱਟ ਕਟਾ ਕੇ ਕਹਿ ਦਿੰਦੇ ਹਾਂ, ਤਾਂ ਕੱਟ ਕਟਾ ਕੇ ਮੀਨਸ ਕੀ ਕੱਟਿਆ ਜਾ ਰਿਹਾ ਇਹਦੇ ਵਿੱਚ, ਤਾਂ ਕੱਟਿਆ ਜਾ ਰਿਹਾ ਉਹਨੂੰ ਇਨਕਮ ਟੈਕਸ ਕੱਟਿਆ ਜਾ ਰਿਹਾ। ਤਾਂ ਫਿਰ ਕੀ ਹੈ, ਮਿਸਲੇਨੀਅਸ ਰਿਸੀਵਡ ਫਰੋਮ ਦਾ ਗਵਰਨਮੈਂਟ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ, ਉਹਨੂੰ ਫੀਸ ਜਾਂ ਫਾਈਨਸ ਜਾਂ ਕੁਝ ਹੋਰ ਇਸ ਤਰ੍ਹਾਂ ਦੇ ਜਿਹੜੇ ਭੁਗਤਾਨ ਹੈ ਉਸ ਨੂੰ ਗਵਰਨਮੈਂਟ ਨੂੰ ਜੇ ਦੇਣੇ ਪੈਂਦੇ ਹਨ ਤਾਂ ਉਹਨਾਂ ਨੂੰ ਅਸੀਂ ਕੀ ਕਰ ਦਾਂਗੇ, ਉਸ ਇਨਕਮ 'ਚੋਂ ਮਾਈਨਸ ਕਰ ਦਾਂਗੇ। ਤਾਂ ਇਹ ਮਾਈਨਸ ਕਰਕੇ ਜੇ 1 ਲੱਖ 'ਚੋਂ ਮੰਨ ਲਓ ਸਪੋਜ਼ ਉਹਦੇ 10,000 ਰੁਪਏ ਕੱਟਦੇ ਹੈ ਤਾਂ ਇਸ ਦਾ ਮਤਲਬ ਉਹਨੂੰ ਜਿਹੜੀ ਨੈਟ ਇਨਕਮ ਹੈ
ਉਹ ਕੀ ਹੋ ਗਈ 90,000 90,000। ਤਾਂ ਉਹ ਇਨਕਮ ਨੂੰ ਉਹ ਡਿਸਪੋਜ਼ਲ ਕਰ ਸਕਦਾ ਹੈ, ਉਹ ਖਰਚ ਕਰ ਸਕਦਾ। ਤਾਂ ਜਿਹੜੀ ਡਿਸਪੋਜ਼ਲ ਇਨਕਮ ਹੈ ਉਸ ਇਨਕਮ ਦਾ ਕੀ ਕਰੇਗਾ, ਉਸਦਾ ਇੱਕ ਹਿੱਸਾ ਜੇ 90,000 ਉਸਨੂੰ ਮਿਲੇ ਹੈ ਤਾਂ 90,000 ਦੇ ਵਿੱਚੋਂ ਸਪੋਜ਼ ਉਹ 70,000 ਕੀ ਹੈ ਕੰਜ਼ੰਪਸ਼ਨ ਐਕਸਪੈਂਡੀਚਰ ਕਰਦਾ, ਖਰਚ ਕਰਦਾ, ਅਤੇ ਬਾਕੀ ਜਿਹੜੇ 20,000 ਹੈ ਉਹ ਕੀ ਕਰਦਾ ਹੈ ਸੇਵਿੰਗ ਕਰਦਾ, ਬਚਤ ਕਰਦਾ। ਤਾਂ ਇਸ ਦਾ ਮਤਲਬ ਜਿਹੜੀ ਡਿਸਪੋਜ਼ੇਬਲ ਇਨਕਮ ਹੈ, ਜਿਹੜੀ ਖਰਚਯੋਗ ਆਮਦਨ ਹੈ, ਉਹ ਖਰਚਯੋਗ ਆਮਦਨ ਬਰਾਬਰ ਹੈ ਕੰਜ਼ੰਪਸ਼ਨ ਪਲੱਸ ਸੇਵਿੰਗਸ। ਤਾਂ ਕੰਜ਼ੰਪਸ਼ਨ ਜੋ ਅਸੀਂ ਆਮਦਨ ਦਾ ਹਿੱਸਾ ਅਸੀਂ ਜਿਹੜਾ ਖਰਚ ਕੀਤਾ ਅਤੇ ਪਲੱਸ ਜੋ ਸੇਵਿੰਗ ਉਹ ਡਿਸਪੋਜ਼ਲ ਇਨਕਮ ਦੇ ਕੀ ਹੋ ਗਿਆ ਬਰਾਬਰ। ਤਾਂ ਅੱਜ ਅਸੀਂ ਇਹਨਾਂ ਕਨਸੈਪਟਸ ਨੂੰ ਹੀ ਡਿਸਕਸ ਕਰਨਾ ਹੈ। ਤਾਂ ਇਹਨਾਂ ਦੇ ਨਾਲ ਕੁਝ ਨਿਊਮੈਰੀਕਲਸ ਹੈ ਜਿਹੜੇ ਕਿ ਸਕਰੀਨ ਤੇ ਨਹੀਂ ਸਮਝਾਏ ਜਾ ਸਕਦੇ। ਤਾਂ ਜੇ ਕਨਸੈਪਟ ਦੀ ਕਲੈਰਿਟੀ ਹੈ ਤਾਂ ਅਸੀਂ ਇਹਨਾਂ ਕਨਸੈਪਟਸ ਨੂੰ ਦੇ ਨਾਲ ਰਿਲੇਟਿਡ ਜਿਹੜੇ ਵੀ ਨਿਊਮੈਰੀਕਲਸ ਹੈ ਉਹਨਾਂ ਨੂੰ ਜ਼ਰੂਰ ਦੇਖੀਏ, ਤਾਂ ਉਸਦੇ ਨਾਲ ਜਿਹੜੀ ਕਨਸੈਪਟ ਦੀ ਅੰਡਰਸਟੈਂਡਿੰਗ ਹੈ ਉਹ ਵੀ ਜ਼ਿਆਦਾ ਹੋਏਗੀ ਅਤੇ ਸਾਨੂੰ ਇਹ ਵੀ ਪਤਾ ਲੱਗੇਗਾ ਕਿ ਅਸੀਂ ਪ੍ਰਾਈਵੇਟ ਇਨਕਮ, ਪਰਸਨਲ ਇਨਕਮ, ਡਿਸਪੋਜ਼ਲ ਇਨਕਮ, GDP, NNP ਕਿਸ ਤਰ੍ਹਾਂ ਅਸੀਂ ਕੈਲਕੂਲੇਟ ਕਰਦੇ ਹਾਂ ਜਦੋਂ ਡਿਫਰੈਂਟ ਫਿਗਰਸ ਜਿਹੜੀਆਂ ਸਾਨੂੰ ਦਿੱਤੀਆਂ ਹਨ। ਤਾਂ ਇਸ ਨੂੰ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ। ਤਾਂ ਹੁਣ ਅਸੀਂ ਕੁਝ ਮਿੰਟ ਦੇ ਵਿੱਚ ਜੋ ਵੀ ਅਸੀਂ ਕੀਤਾ ਇਸ ਨੂੰ ਸਮ ਅਪ ਕਰ ਲੈਂਦੇ। ਸਭ ਤੋਂ ਪਹਿਲਾਂ ਅਸੀਂ ਸਰਕਲ ਫਲੋ ਆਫ ਇਨਕਮ ਕੀਤਾ। ਸਰਕਲ ਫਲੋ ਆਫ ਇਨਕਮ ਗੁਡਸ ਐਂਡ ਸਰਵਿਸਿਜ਼ ਦਾ ਇੱਕ ਖੇਤਰ ਤੋਂ ਦੂਸਰੇ ਖੇਤਰ ਦੇ ਵਿੱਚ ਅਤੇ ਦੂਸਰੇ ਖੇਤਰ ਤੋਂ ਫੈਕਟਰ ਸਰਵਿਸਿਜ਼ ਪ੍ਰੋਵਾਈਡ ਹੁੰਦੀਆਂ, ਤਾਂ ਉਸ ਨੂੰ ਅਸੀਂ ਰੀਅਲ ਫਲੋ ਕਹਿੰਦੇ ਹਾਂ। ਅਤੇ ਇਨਕਮ ਫਲੋ ਹੁੰਦਾ ਹੈ ਜਦੋਂ ਆਮਦਨ ਜਾਂ ਮਤਲਬ ਮਨੀ ਦਾ ਐਕਸਚੇਂਜ ਹੋਵੇ। ਜਿਹੜੀਆਂ ਸਰਵਿਸਿਜ਼ ਪ੍ਰੋਵਾਈਡ ਹੋਈਆਂ ਫੈਕਟਰ ਸਰਵਿਸਿਜ਼ ਉਸ ਦੇ ਵੱਲੋਂ ਇਨਕਮ ਮਿਲੀ, ਅਤੇ ਜਿਹੜੀ ਇਨਕਮ ਮਿਲੀ ਉਸ ਨੂੰ ਅਸੀਂ ਖਰਚ ਕਰ ਦਿੰਦੇ ਹਾਂ ਵਸਤੂਆਂ ਅਤੇ ਸੇਵਾਵਾਂ ਨੂੰ ਖਰੀਦਣ ਦੇ ਲਈ, ਉਹ ਕੀ ਹੋ ਗਿਆ ਇਨਕਮ ਫਲੋ ਹੋ ਗਿਆ। ਤਾਂ ਕਿਉਂਕਿ ਕਿਸੇ ਵੀ ਇਕੋਨਮੀ ਨੂੰ ਅਸੀਂ ਚਾਰ ਖੇਤਰ 'ਚ ਵੰਡ ਰਹੇ ਹਾਂ, ਹਾਊਸਹੋਲਡ ਸੈਕਟਰ, ਬਿਜ਼ਨਸ ਸੈਕਟਰ ਜਾਂ ਪ੍ਰੋਡਿਊਸਰ ਸੈਕਟਰ, तीसरा गवर्नमेंट सेक्टर, चौथा रेस्ट ऑफ द वर्ल्ड। तो इस टू सैक्टर इकोनॉमी के जी कुछ अजम्पशनस के आधारित है, वो अजम्पशन असीं कर चुके हैं कि हाउस होल्ड सैक्टर बिजनेस सैक्टर को अपन सर्विसिज प्रोवाइड करता है, लेबर, लैंड, कैपिटल एंड एंटरप्राइज के विच, बिजनेस फर्म्स उन्होंने हाउस होल्ड सैक्टर को पेमेंट करता है, वेजिस, रेंट, इंटरेस्ट, प्रॉफिट के विच पेमेंट कर रहा है। जो भी पेमेंट हाउस होल्ड सैक्टर में होती है वो वस्तुओं और सेवाओं को खरीदन से खर्च कर देना है। तो बिजनेस सैक्टर जो है वो जो वस्तुओं और सेवाएं पैदा हो जाती वो हाउस होल्ड सैक्टर को सप्लाई कर देना। तो इस तरह ये जो सर्कल है वो कंप्लीट हो। जे ये कोई हाउस होल्ड सैक्टर वालों या बिजनेस सैक्टर वालों कोई सेविंग के रूप में लीकेज हो जाती है, तो वो लीकेज जो है कैपिटल मार्केट के या मनी मार्केट असीं करते हैं सेविंग करते हैं। इंटरेस्ट के जी वेरीएशन होने के नाल, फ्लक्चुएशन होने के नाल वो सेविंग जी है वो इन्वेस्टमेंट के बराबर हो जाती है। तो बिजनेस फर्म जड़ियाँ ने कैपिटल मार्केट चों उधार ले लेंगे ने, इन्वेस्टमेंट कर लेंगे ने, फाइनैशियल मार्केट जो है उन्होंने बिजनेस फर्म्स को मनी को या कैपिटल को सप्लाई कर देंगे। तो इस तरह ये सर्कल जो है वो कंप्लीट हो गया। जे लीकेज असीं गल कर चुके हैं सेविंग के रूप में, जां असीं लीकेज देखांगे टैक्सिस के रूप में, जां जी इंजैक्शन है वो इन्वेस्टमेंट के रूप में। तो जे तीसरा सैक्टर असीं गवर्नमेंट सैक्टर को इन्वॉल्व कर लिए
ਤਾਂ ਦੋ ਸੈਕਟਰ ਤਾਂ ਐਸ ਸੱਚ ਹੀ ਕੰਮ ਕਰ ਰਹੇ ਹਨ, ਹਾਊਸਿੰਗ ਸੈਕਟਰ ਤੇ ਬਿਜ਼ਨਸ ਫਾਰਮਸ। ਤਾਂ ਹਾਊਸਿੰਗ ਸੈਕਟਰ ਗਵਰਨਮੈਂਟ ਸੈਕਟਰ ਨੂੰ ਆਪਣੀਆਂ ਸਰਵਿਸਿਜ਼ ਪ੍ਰੋਵਾਈਡ ਕਰਦਾ ਹੈ ਅਤੇ ਉਸਦੇ ਵੱਲੇ ਜਾਂ ਹਾਊਸਿੰਗ ਸੈਕਟਰ ਗਵਰਨਮੈਂਟ ਸੈਕਟਰ ਨੂੰ ਵੀ ਸਰਵਿਸ ਪ੍ਰੋਵਾਈਡ ਕਰ ਸਕਦਾ ਹੈ, ਜਿਹਦੇ ਵੱਲੋਂ ਉਹਨੂੰ ਪੇਮੈਂਟ ਹੋ ਸਕਦੀ ਹੈ, ਜਿਸ ਤਰ੍ਹਾਂ ਜਿਹੜੇ ਪਬਲਿਕ ਸੈਕਟਰ ਇੰਸਟੀਚਿਊਟਸ ਨੇ। ਅਤੇ ਦੂਸਰਾ ਹੈ ਗਵਰਨਮੈਂਟ ਹਾਊਸਿੰਗ ਸੈਕਟਰ ਗਵਰਨਮੈਂਟ ਸੈਕਟਰ ਨੂੰ ਟੈਕਸ ਦੀ ਪੇਮੈਂਟ ਕਰਦਾ ਹੈ ਅਤੇ ਇਸ ਦੇ ਵੱਲੇ ਗਵਰਨਮੈਂਟ ਸੈਕਟਰ ਹਾਊਸਿੰਗ ਸੈਕਟਰ ਨੂੰ ਵੇਜਿਸ ਸੈਲਰੀਜ਼ ਪ੍ਰੋਵਾਈਡ ਕਰਦਾ ਹੈ ਅਤੇ ਗਵਰਨਮੈਂਟ ਸੈਕਟਰ ਹਾਊਸਿੰਗ ਸੈਕਟਰ ਨੂੰ ਕਈ ਤਰ੍ਹਾਂ ਦੀਆਂ ਵੈਲਫੇਅਰ ਸਕੀਮਸ ਦੇ ਰਾਹੀਂ ਬੈਨੀਫਿਟ ਪ੍ਰੋਵਾਈਡ ਕਰਦਾ, ਜਿਸ ਤਰ੍ਹਾਂ ਟਰਾਂਸਪੋਰਟ ਪੇਮੈਂਟਸ ਦੀ ਅਸੀਂ ਗੱਲ ਕੀਤੀ ਹੈ, ਬਈ ਅਨਇੰਪਲੋਇਮੈਂਟ ਅਲਾਉਂਸਿਸ, ओल्ड एज पेंशन, स्कॉलरशिप एटसेट्रा। इस तरह ही ਜਿਹੜੀਆਂ ਬਿਜ਼ਨਸ ਫਰਮਸ ਨੇ ਉਹ ਗਵਰਨਮੈਂਟ ਸੈਕਟਰ ਨੂੰ ਆਪਣੀਆਂ ਗੁਡਸ ਐਂਡ ਸਰਵਿਸਿਜ਼ ਪ੍ਰੋਵਾਈਡ ਕਰਦੇ ਹਨ ਅਤੇ ਗਵਰਨਮੈਂਟ ਜਿਹੜਾ ਹੈ ਇਹਨਾਂ ਤੋਂ ਗੁਡਸ ਐਂਡ ਸਰਵਿਸਿਜ਼ ਜਿਹੜੇ ਨੇ ਉਹ ਪਰਚੇਸ ਕਰਦਾ। ਤੇ ਇਸ ਤਰ੍ਹਾਂ ਹੀ ਬਿਜ਼ਨਸ ਸੈਕਟਰ ਜਿਹੜਾ ਹੈ ਗਵਰਨਮੈਂਟ ਸੈਕਟਰ ਨੂੰ ਬਣੀਆਂ ਹੋਈਆਂ ਵਸਤੂਆਂ ਨੂੰ ਗੁਡਸ ਐਂਡ ਸਰਵਿਸਿਜ਼ ਪ੍ਰੋਵਾਈਡ ਕਰਦਾ ਹੈ ਅਤੇ ਗਵਰਨਮੈਂਟ ਸੈਕਟਰ ਉਸਦੇ ਵੱਲ ਇਹਨਾਂ ਨੂੰ ਸਬਸਿਡੀਜ਼ ਵਗੈਰਾ ਅਤੇ ਜੋ ਵੀ ਪੇਮੈਂਟ ਆ ਉਹ ਪ੍ਰੋਵਾਈਡ ਕਰਦਾ। ਇਸ ਤਰ੍ਹਾਂ ਇਹ ਸਰਕਲ ਜਿਹੜਾ ਹੈ ਕੰਪਲੀਟ ਹੋ। ਜੇ ਅਸੀਂ ਐਕਸਟਰਨਲ ਸੈਕਟਰ ਜਾਂ ਰੈਸਟ ਆਫ ਦਾ ਵਰਲਡ ਜਾਂ ਫੋਰਨ ਸੈਕਟਰ ਨੂੰ ਇਨਵੋਲਵ ਕਰ ਲੈਂਦੇ ਹਾਂ ਇਸ ਡਾਇਗਰਾਮ ਦੇ ਲੋਅਰ ਪਾਰਟ ਦੇ ਉੱਤੇ, ਤਾਂ ਅਸੀਂ ਦੇਖਦੇ ਹਾਂ ਕਿ ਬਿਜ਼ਨਸ ਫਰਮਸ ਐਕਸਟਰਨਲ ਸੈਕਟਰ ਦੇ ਨਾਲ ਜਾਂ ਵਿਦੇਸ਼ੀ ਖੇਤਰ ਦੇ ਨਾਲ ਐਕਸਪੋਰਟ ਇੰਪੋਰਟ ਕਰ ਸਕਦੇ ਹਾਂ। ਉਸ ਦੀ ਜਿਹੜੀ ਨੈਟ ਰਿਸੀਟਸ ਹੈ ਕਿ ਐਕਸਪੋਰਟ ਜ਼ਿਆਦਾ ਹੋਇਆ ਬਿਜ਼ਨਸ ਫਰਮ ਦਾ ਤਾਂ ਐਡ ਹੋ ਜਾਏਗਾ, ਜੇ ਇੰਪੋਰਟ ਜ਼ਿਆਦਾ ਹੋਇਆ ਤਾਂ ਮਾਈਨਸ ਹੋ ਜਾਏਗਾ। ਤਾਂ ਇਸ ਤਰ੍ਹਾਂ ਹੀ ਹਾਊਸਿੰਗ ਸੈਕਟਰ ਐਕਸਟਰਨਲ ਸੈਕਟਰ ਨੂੰ ਆਪਣੀਆਂ ਮੈਨ ਪਾਵਰ ਮਤਲਬ ਆਪਣੇ ਫੈਕਟਰ ਸਰਵਿਸਿਜ਼ ਪ੍ਰੋਵਾਈਡ ਵੀ ਕਰ ਸਕਦਾ, ਉਸ ਦੇ ਵੱਲੇ ਉਹਨਾਂ ਨੂੰ ਜੋ ਵੀ ਪੇਮੈਂਟ ਮਿਲਦੀ ਹੈ ਉਹ ਐਕਸਟਰਨਲ ਸੈਕਟਰ ਤੋਂ ਹਾਊਸਿੰਗ ਸੈਕਟਰ ਰਿਸੀਵ ਕਰ ਸਕਦਾ। ਇਹ ਸੀਗਾ ਫੋਰ ਸੈਕਟਰ ਮਾਡਲ। ਜੇ ਅਸੀਂ ਦੂਸਰੇ ਕੰਸੈਪਟ ਦੀ ਗੱਲ ਕਰਦੇ ਹਾਂ ਤਾਂ ਕੰਸੈਪਟ ਦਾ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਅਸੀਂ ਕੀਤਾ ਹੈ ਕਿ ਡੋਮੈਸਟਿਕ ਪ੍ਰੋਡਕਟ ਕੀ ਹੁੰਦਾ ਹੈ ਕਿ ਅੰਤਿਮ ਵਸਤੂਆਂ ਅਤੇ ਸੇਵਾ ਜੋ ਪੈਦਾ ਕੀਤੀਆਂ ਇੱਕ ਸਾਲ 'ਚ ਉਸ ਦੇ ਮੌਦਿਕ ਮੁੱਲ ਨੂੰ ਅਸੀਂ ਐਡ ਕਰ ਲਿਆ ਅਤੇ ਇਸ ਦੇ ਵਿੱਚ ਅਸੀਂ ਜਿਹੜੀ ਇਨਕਮ ਲੋਕਲੀ ਅਰਨ ਕੀਤੀ ਫੋਰਨ ਨੇਸ਼ਨ ਦੁਆਰਾ ਉਹਨੂੰ ਐਡ ਕਰ ਲਿਆ ਅਤੇ ਸਾਡੇ ਨਾਗਰਿਕਾਂ ਦੁਆਰਾ ਜਿਹੜੇ ਕਿ ਦੂਸਰੇ ਦੇਸ਼ਾਂ ਵਿੱਚ ਰਹਿੰਦੇ ਆ ਉਹਨਾਂ ਨੂੰ ਜਿਹੜੀ ਇਨਕਮ ਰਿਸੀਵ ਹੋਈ ਉਸ ਨੂੰ ਅਸੀਂ ਮਾਈਨਸ ਕਰ ਦਿੰਦੇ। ਅਤੇ ਜੇ ਅਸੀਂ GNP ਐਟ ਮਾਰਕੀਟ ਪ੍ਰਾਈਸਿਸ ਲੈਂਦੇ ਹਾਂ ਤਾਂ GNP ਅਤੇ GDP ਵਿੱਚ ਇਹ ਹੈ ਕਿ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਜਿਹੜੀ ਹੈ ਉਸ ਨੂੰ ਅਸੀਂ GDP ਦੇ ਵਿੱਚ ਐਡ ਕਰ ਦਿੰਦੇ, GNP ਪਤਾ ਕਰਦੇ ਅਤੇ NNP ਅਤੇ GNP 'ਚ ਇਹ ਡਿਫਰੈਂਸ ਹੁੰਦਾ ਕਿ GNP ਦੇ ਵਿੱਚੋਂ ਜੇ ਅਸੀਂ ਡੈਪਰੀਸ਼ੀਏਸ਼ਨ ਮਾਈਨਸ ਕਰਦੇ ਤੇ ਸਾਬਤ ਮਤਲਬ ਕੰਜ਼ੰਪਸ਼ਨ ਆਫ ਫਿਕਸਡ ਕੈਪੀਟਲ ਨੂੰ ਅਸੀਂ ਮਾਈਨਸ ਕਰਦੇ ਤਾਂ ਬਣ ਜਾਂਦਾ NNP। ਹੁਣ GDP ਅਤੇ NDP 'ਚ ਵੀ ਡਿਫਰੈਂਸ ਕੀ ਹੈ, ਡੋਮੈਸਟਿਕ ਗਰੋਥ ਅਤੇ ਨੈਟ ਗਰੋਥ ਅਤੇ ਨੈਟ 'ਚ ਫਰਕ ਹੁੰਦਾ ਹੈ ਕਿ ਗਰੋਥ ਦੇ ਵਿੱਚੋਂ ਜੇ ਅਸੀਂ ਡੈਪਰੀਸ਼ੀਏਸ਼ਨ ਮਾਈਨਸ ਕਰਤਾ ਤਾਂ ਬਣ ਗਿਆ ਨੈਟ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸਿਸ। ਅਤੇ ਨੈਟ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸਿਸ ਅਤੇ ਨੈਟ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸਿਸ ਦੇ ਵਿੱਚ ਜਿਹੜਾ ਡਿਫਰੈਂਸ ਹੈ ਉਹ ਹੈ ਨੈਟ ਫੈਕਟਰ ਇਨਕਮ ਫਰੋਮ ਅਬਰੋਡ। ਤਾਂ ਨੈਟ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸਿਸ ਦੇ ਵਿੱਚ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਅਸੀਂ ਮਾਈਨਸ ਕਰਦੇ ਤਾਂ ਇਹ ਬਣ ਗਈ NDP ਐਟ ਮਾਰਕੀਟ ਪ੍ਰਾਈਸਿਸ। ਹੁਣ NDP ਐਟ ਫੈਕਟਰ ਕਾਸਟ ਕੀ ਹੈ, ਕੰਪਨਸੇਸ਼ਨ ਆਫ EMPLOYEES ਮਤਲਬ ਵਰਕਰਸ ਜੋ ਵੀ ਕੰਮ ਕਰਦੇ ਨੇ ਉਸਦੇ ਵੱਲੋਂ ਜੋ ਵੀ ਉਹਨਾਂ ਨੂੰ ਕੰਪਨਸੇਸ਼ਨ ਦਿੱਤੀ ਜਾਂਦੀ ਹੈ, ਪਲੱਸ ਜੋ ਵੀ ਸਰਪਲਸ ਜਨਰੇਟ ਹੁੰਦਾ, ਪਲੱਸ ਮਿਕਸਡ ਇਨਕਮ ਮਤਲਬ ਜੋ ਫੈਕਟਰ ਦੀ ਮਿਕਸਡ ਇਨਕਮ ਹੈ ਉਸ ਨੂੰ ਅਸੀਂ ਐਡ ਕਰ ਦਾਂਗੇ। ਤਾਂ ਇਹ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਅਤੇ
net factory income from abroad means net domestic product at factory cost ਅਤੇ net domestic product at market prices ਦਾ ਜਿਹੜਾ relationship ਹੈ market prices ਤੋਂ ਹੁਣ ਅਸੀਂ net indirect taxes से minus कर दीजिए ਤਾਂ ਸਾਡੇ ਕੋਲ ਆ ਜਾਂਦਾ factory cost ਤਾਂ net indirect taxes ਕੀ ਹੈ indirect taxes minus subsidies NIT की है इससे नेट इनडायरेक्ट टैक्सेस वही उस रिलेशनशिप में गया है ग्रोस डोमेस्टिक प्रोडक्ट एट फैक्टरी कोस्ट ग्रोस डोमेस्टिक प्रोडक्ट एट फैक्टरी कोस्ट ਅਤੇ ग्रोस डोमेस्टिक प्रोडक्ट एट मार्केट प्राइसेस ਤਾਂ ਮਾਰਕੀਟ ਪ੍ਰਾਈਸਿਸ ਦੇ ਵਿੱਚੋਂ ਨੈਟ ਇਨਡਾਇਰੈਕਟ ਟੈਕਸਿਸ ਅਸੀਂ ਮਾਈਨਸ ਕਰ ਦਈਏ ਤਾਂ ग्रोस डोमेस्टिक प्रोडक्ट एट फैक्टरी कोस्ट ਆ ਹੁਣ ग्रोस नेशनल प्रोडक्ट एट फैक्टरी कोस्ट ਕੀ ਹੈ GDP एट फैक्टरी कोस्ट ਅਤੇ ਨੈਟ ਫੈਕਟਰੀ ਇਨਕਮ ਫਰੋਮ ਅਬਰੋਡ ਜੇ ਅਸੀਂ GNP एट फैक्टरी कोस्ट ਅਤੇ GDP एट मार्केट प्राइसेस ਦਾ ਰਿਲੇਸ਼ਨਸ਼ਿਪ ਲਾਉਂਦੇ ਹਾਂ ਤਾਂ GDP एट मार्केट प्राइसेस ਤੋਂ ਇੰਡਾਇਰੈਕਟ ਟੈਕਸਿਸ ਅਸੀਂ ਮਾਈਨਸ ਕਰ ਦਿੰਦੇ ਹਾਂ ਅਤੇ ਸਬਸਿਡੀਜ਼ ਅਸੀਂ ਕੀ ਕਰ ਦਿੰਦੇ ਹਾਂ ਐਡ ਹੁਣ ਇਹ ਬੇਸਿਕ ਜਿਹੜੀਆਂ ਗੱਲਾਂ ਨੇ ਉੱਪਰ ਇਸ ਦੀ ਡੈਫੀਨੇਸ਼ਨ ਦਿੱਤੀ ਹੋਈ ਹੈ ਕਿ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸਿਸ ਕੀ ਹੈ ਕਿ ਵਿਦਿਨ ਦਾ ਬਾਉਂਡਰੀ ਆਫ ਦਾ ਕੰਟਰੀ ਜੋ ਵੀ ਅਸੀਂ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸ ਕੀਤੀਆਂ ਉਸ ਦੇ ਟੋਟਲ ਨੂੰ ਅਸੀਂ GDP ਕਹਿੰਦੇ ਹਾਂ ਇਸ ਦੇ ਵਿੱਚੋਂ ਅਸੀਂ ਟੈਕਸਿਸ ਜੋ ਲਗਾਏ ਨੇ ਉਹਨਾਂ ਨੂੰ ਅਸੀਂ ਘਟਾ ਦਿੰਦੇ ਹਾਂ ਅਤੇ ਜਿਹੜੀ ਇੰਪੋਰਟ ਤੇ ਸਬਸਿਡੀਜ਼ ਹੈ ਉਸ ਨੂੰ ਵੀ ਅਸੀਂ ਕੀ ਕਰ ਦਿੰਦੇ ਹਾਂ ਮਾਈਨਸ ਕਰ ਦਿੰਦੇ ਹਾਂ ਤਾਂ ਗ੍ਰੋਸ ਅਤੇ ਨੈਟ ਦਾ ਜਿਹੜਾ ਅੰਤਰ ਹੈ ਉਹ ਡੈਪਰੀਸੀਏਸ਼ਨ ਦਾ ਡੋਮੈਸਟਿਕ ਅਤੇ ਨੈਸ਼ਨਲ ਦਾ ਜਿਹੜਾ ਅੰਤਰ ਹੈ ਉਹ ਨੈਟ ਫੈਕਟਰੀ ਇਨਕਮ ਫਰੋਮ ਅਬਰੋਡ ਹੈ ਅਤੇ ਮਾਰਕੀਟ ਪ੍ਰਾਈਸਿਸ ਅਤੇ ਫੈਕਟਰੀ ਕੋਸਟ ਦਾ ਜਿਹੜਾ ਡਿਫਰੈਂਸ ਹੈ ਉਹ ਹੈ ਨੈਟ ਇਨਡਾਇਰੈਕਟ ਟੈਕਸਿਸ ਅਤੇ ਨੈਟ NNP ਐਟ ਫੈਕਟਰੀ ਕੋਸਟ ਜਿਹੜੀ ਹੈ ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰੀ ਕੋਸਟ ਇਹ ਹਮੇਸ਼ਾ ਹੀ ਨੈਸ਼ਨਲ ਇਨਕਮ ਦੇ ਬਰਾਬਰ ਹੁੰਦੀ ਹੈ ਅਤੇ ਨੈਸ਼ਨਲ ਇਨਕਮ ਨੈਸ਼ਨਲ ਪ੍ਰੋਡਕਟ ਦੇ ਬਰਾਬਰ ਹੈ ਅਤੇ ਇਹ ਦੋਨੋਂ ਜਿਹੜੀ ਨੇ ਉਹ ਨੈਸ਼ਨਲ ਐਕਸਪੈਂਡੀਚਰ ਦੇ ਬਰਾਬਰ ਇਹ ਪ੍ਰਾਈਵੇਟ ਇਨਕਮ ਤੇ NDP ਐਟ ਫੈਕਟਰੀ ਕੋਸਟ ਦੇ ਵਿੱਚ ਅਸੀਂ ਨੈਟ ਫੈਕਟਰੀ ਇਨਕਮ ਫਰੋਮ ਅਬਰੋਡ ਐਡ ਕਰ ਲਈਏ ਅਤੇ ਗੌਰਮੈਂਟ ਕੋਲ ਜਿਹੜੀ ਨੈਟ ਟ੍ਰਾਂਸਫਰ ਪੇਮੈਂਟ ਹੈ ਨੈਟ ਟ੍ਰਾਂਸਫਰ ਪੇਮੈਂਟ ਗੌਰਮੈਂਟ ਤੋਂ ਅਤੇ ਰੈਸਟ ਆਫ ਦਾ ਵਰਲਡ ਤੋਂ ਜਿਹੜੀ ਕਰੰਟ ਟ੍ਰਾਂਸਫਰ ਪੇਮੈਂਟ ਆਈ ਹੈ ਪਲੱਸ ਨੈਸ਼ਨਲ ਡੈਟ 'ਤੇ ਜਿਹੜਾ ਇੰਟਰਸਟ ਹੈ ਇਹਨਾਂ ਨੂੰ ਐਡ ਕਰਕੇ ਸਾਡੇ ਕੋਲ ਪ੍ਰਾਈਵੇਟ ਇਨਕਮ ਆ ਇਸ ਪ੍ਰਾਈਵੇਟ ਇਨਕਮ 'ਚੋਂ ਜਿਹੜਾ ਕਾਰਪੋਰੇਸ਼ਨ ਟੈਕਸ ਹੈ ਅਤੇ ਅਨਡਿਸਟ੍ਰੀਬਿਊਟਿਡ ਪ੍ਰੋਫਿਟ ਨੂੰ ਅਸੀਂ ਮਾਈਨਸ ਕਰ ਦਈਏ ਅਤੇ ਟ੍ਰਾਂਸਫਰ ਪੇਮੈਂਟਸ ਅਸੀਂ ਐਡ ਕਰ ਦਈਏ ਤਾਂ ਪਰਸਨਲ ਇਨਕਮ 'ਚੋਂ ਜੇ ਅਸੀਂ ਡੈਟ ਟੈਕਸਿਸ ਅਤੇ ਮਿਸਲੇਨੀਅਸ ਰਸੀਟਸ ਜਿਹੜੇ ਨੇ ਜੇ ਮਾਈਨਸ ਕਰ ਦਿੰਦੇ ਹਾਂ ਤਾਂ ਡਿਸਪੋਜ਼ੇਬਲ ਇਨਕਮ ਆ ਜਾਂਦਾ ਅਤੇ ਡਿਸਪੋਜ਼ੇਬਲ ਇਨਕਮ ਜੋ ਵੀ ਖਰਚਯੋਗ ਆਮਦਨ ਹੁੰਦੀ ਹੈ ਉਸ ਦਾ ਇੱਕ ਹਿੱਸਾ ਅਸੀਂ ਕੰਜ਼ੰਪਸ਼ਨ ਕਰਦੇ ਹਾਂ ਅਤੇ ਇੱਕ ਹਿੱਸਾ ਅਸੀਂ ਸੇਵਿੰਗ ਕਰਦੇ ਹਾਂ ਤਾਂ ਇਟ ਮੀਨਸ ਡਿਸਪੋਜ਼ੇਬਲ ਇਨਕਮ ਇਜ਼ ਇਕੁਅਲ ਟੂ ਕੰਜ਼ੰਪਸ਼ਨ ਪਲੱਸ ਸੇਵਿੰਗਸ ਤਾਂ ਅੱਜ ਅਸੀਂ ਇੰਨਾ ਕੁ ਕਰਨਾ ਸੀਗਾ ਥੈਂਕ ਯੂ